ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਗਿਆਨ ਜਪ ਲੋ ਨਹੀਂ ਭਾਗ ਦਿਲਾਰ ਉਦੈ ਤਬ ਲੋ ਭਰਮਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟੈ ਨਾਹੀ ਰੇ ਪਛਤਾਇਓ ਤਤ ਵਿਚਾਰ ਯਹ ਮਤਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹਿ ਆਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹਿ ਆਇਓ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਸੰਪੂਰਨ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੋ। ਔਰ ਅੱਜ ਸਤਿਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਹਨਾਂ ਦਾ ਸ਼ਹਾਦਤ ਦਿਹਾੜਾ ਹੈ ਕਿ ਸਭ ਤੋਂ ਪਹਿਲਾਂ ਸਤਿਗੁਰੂ ਦੇ ਚਰਨਾਂ ਵਿੱਚ ਕੋਟ ਕੋਟ ਨਮਸਕਾਰ ਹੈ। ਔਰ ਸਤਿਗੁਰੂ ਜੀ ਦੇ ਪਾਵਨ ਜੀਵਨ ਦੇ ਵਿੱਚੋਂ ਤੇ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਕੁਝ ਕੁ ਵਿਚਾਰਾਂ ਦੀ ਸਾਂਝ ਆਪ ਜੀ ਨਾਲ ਪਾਉਣੀ ਹੈ। ਆਓ ਵਿਚਾਰਾਂ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਬਚਨ ਹੈ। ਔਰ ਸੁਖਮਣੀ ਸਾਹਿਬ ਦੇ ਵਿੱਚ ਆਪ ਜੀ ਰੋਜ਼ ਹੀ ਪੜ੍ਹਦੇ ਹੋ ਜਿੱਥੇ ਸਤਿਗੁਰੂ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਕੈ ਧੀਰਜ ਏਕ ਜਿਉ ਬਸਤਾ ਕੂ ਖੋਦੈ ਕੋ ਚੰਦਨ ਲੇਪ। ਹੁਣ ਇਹਦੇ ਅਰਥ ਬੜੇ ਸੌਖੇ ਨੇ ਕਿ ਜਿਹੜਾ ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨ ਨੂੰ ਜਿਹੜਾ ਜਾਣਦਾ ਹੈ, ਉਹਨਾਂ ਦੇ ਵਿੱਚ ਧੀਰਜ ਬੜਾ ਵੱਡਾ ਹੈ। ਔਰ ਤੁਲਨਾ ਦਿੱਤੀ ਧੀਰਜ ਦੇ ਧਰਤੀ ਦੇ ਨਾਲ। ਬਸਦਾ ਕਹਿੰਦੇ ਨੇ ਧਰਤੀ ਕਿ ਏਡਾ ਵੱਡਾ ਉਹਨਾਂ ਦਾ ਜਿਗਰਾ ਹੈ, ਧੀਰਜ ਹੈ
ਕਿ ਜਿਵੇਂ ਧਰਤੀ ਨੂੰ ਕੋਈ ਪੱਟ ਦੇਵੇ, ਉਹਦੇ 'ਚ ਖੱਡੇ ਪਾਵੇ ਤੇ ਉਹਨੂੰ ਕੋਈ ਪਰਵਾਹ ਨਹੀਂ। ਧਰਤੀ ਨੂੰ ਕੋਈ ਬਰਾਬਰ ਕਰਕੇ ਉਹਨੂੰ ਚੰਦਨ ਦਾ ਲੇਪ ਉੱਤੇ ਲਾ ਦੇ ਤੇ ਕਿਸੇ ਦੀ ਇਹ ਸਫਾਈ ਕੀਤੀ ਹੋਈ ਨੂੰ ਵੇਖ ਕੇ ਵੀ ਧਰਤੀ ਨੇ ਕਿਤੇ ਬਹੁਤਾ ਖੁਸ਼ ਨਹੀਂ ਹੋਣਾ, ਕਿਉਂਕਿ ਧਰਤੀ ਬਿਲਕੁਲ ਇੱਕ ਤਰ੍ਹਾਂ ਹੈ, ਭਾਵੇਂ ਉਹਦੇ 'ਚ ਕੋਈ ਖੱਡੇ ਪਾਵੇ, ਉਹਨੂੰ ਕੋਈ ਪੱਟੇ, ਭਾਵੇਂ ਉਹਨੂੰ ਕੋਈ ਲਿੰਬੇ ਪੁੱਜੇ। ਔਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਰੱਬ ਦੇ ਬੰਦੇ ਪਰਮੇਸ਼ਰ ਨੂੰ ਯਾਦ ਕਰਨ ਵਾਲੇ, ਬੰਦਗੀ ਵਾਲੇ ਨੇ ਜਿਹੜੇ, ਉਹਨਾਂ ਦਾ ਧੀਰਜ, ਉਹਨਾਂ ਦਾ ਹੌਸਲਾ ਬਿਲਕੁਲ ਉਸ ਧਰਤੀ ਦੀ ਤਰ੍ਹਾਂ ਹੈ। ਔਰ ਭਗਤ ਨਾਮਦੇਵ ਜੀ ਨੇ ਇੱਕ ਪਾਵਨ ਬਚਨ ਕਿਹਾ ਹੈ, ਜਿਹੜਾ ਰੱਬ ਪਰਮੇਸ਼ਰ ਹੈ, ਬੜਾ ਸਭ ਤੋਂ ਵੱਡਾ ਧੀਰਜ ਰੱਬ ਕੋਲ ਹੈ। ਕਿ ਦੇਖੋ ਸੰਸਾਰ ਦੇ ਵਿੱਚ ਇਹ ਆਪਾਂ ਕਹਿੰਦੇ ਵੀ ਕਿ ਸਾਰੇ ਰੱਬ ਦੇ ਪੈਦਾ ਕੀਤੇ ਹੋਏ ਨੇ, ਔਰ ਸਾਡੇ ਸਾਹਮਣੇ ਬਹੁਤ ਸਾਰੇ ਐਸੇ ਵੀ ਹੁੰਦੇ ਨੇ ਜਿਹੜੇ ਰੱਬ ਨੂੰ ਸਿੱਧੀਆਂ ਗਾਲਾਂ ਵੀ ਕੱਢਦੇ ਨੇ। ਬਹੁਤ ਸਾਰੇ ਐਸੇ ਵੀ ਨੇ ਕਿ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਰਹਿ ਕੇ, ਆਪਾਂ ਜਿਨ੍ਹਾਂ ਨੂੰ ਕਹੀਏ ਕਿ ਪਾਪਾਂ ਦੀ ਹੱਦ ਟੱਪ ਗਏ ਨੇ, ਪਰ ਪਾਪ ਤੋਂ ਵੇਖਦਾ ਹੈ, ਪਰ ਪਾਪੀ ਦਾ ਪਾਪ ਵੇਖ ਕੇ ਉਹ ਕਦੇ ਅੰਦਰੋਂ ਨਾਰਾਜ਼ ਨਹੀਂ ਹੁੰਦਾ, ਉਹ ਆਪਣਾ ਹੌਸਲਾ ਨਹੀਂ ਛੱਡਦਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਾਵਨ ਬਚਨ ਕਹੇ ਨੇ ਕਿ ਦੀਨ ਦਿਆਲ ਦਇਆ ਨਿਤ, ਉਹਨੂੰ ਕਹਿੰਦੇ ਦੀਨ ਦਿਆਲ ਨੇ, ਉਹ ਦਇਆ ਦਾ ਖਜ਼ਾਨਾ ਹੈ ਨਾ, ਕਿ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਸਾਡੇ ਦੁੱਖਾਂ ਨੂੰ, ਪਾਪਾਂ ਨੂੰ ਵੇਖਦਾ ਵੀ ਹੈ, ਪਰ ਦਿੰਦਾ ਹੋਇਆ ਫਿਰ ਨਹੀਂ ਥੱਕਦਾ, ਕਿਉਂਕਿ ਉਹਦੇ ਵਿੱਚ ਧੀਰਜ ਹੈ। ਕਿਉਂਕਿ ਜੇ ਬੰਦੇ ਦੇ ਹੱਥ ਵਿੱਚ ਹੋਵੇ, ਇੱਕ ਵਾਰੀ ਮਾਫ ਕਰੇਗਾ, ਕਿਸੇ ਨੂੰ 2 ਵਾਰੀ ਕਰੇਗਾ, ਔਰ ਪੱਕੀ ਗੱਲ, ਤੀਜੀ ਵਾਰੀ ਦਰਵਾਜ਼ੇ ਬੰਦ ਕਰ ਲੇਗਾ, ਭੱਜ ਜਾ, ਕਿਉਂਕਿ ਤੂੰ ਸਾਡੇ ਕਹਿਣੇ ਵਿੱਚ ਨਹੀਂ। ਪਰ ਰੱਬ ਨੂੰ ਨਾ ਹੀ ਤੇ ਇਹ ਤਮਾ ਹੈ, ਕੋਈ ਇਹ ਲਾਲਚ ਹੈ ਕੋਈ ਮੇਰੇ ਕਹਿਣੇ ਵਿੱਚ ਰਵੇ, ਤੇ ਨਾ ਹੀ ਰੱਬ ਨੇ ਆਪਣਾ ਕਦੇ ਜਿਹੜਾ ਹੌਸਲਾ ਹੈ ਤੇਰੇ ਜੋ ਕਦੇ ਪਾਪਾਂ ਨੂੰ ਵੇਖ ਕੇ ਛੱਡਿਆ ਨਹੀਂ। ਕਿਉਂਕਿ ਭਗਤ ਨਾਮਦੇਵ ਜੀ ਕਹਿੰਦੇ ਨੇ, ਰੱਬ ਤੇ ਆਪਣੇ ਭਗਤਾਂ ਨੂੰ ਆਪ ਪੁੱਛਦਾ ਹੈ। ਭਗਤ ਜੀ ਦਾ ਪਾਵਨ ਬਚਨ ਵੀ ਹੈ, ਉਰਸਾ ਦੇ ਰੂਪ ਵਿੱਚ ਵੀ ਆਪ ਜੀ ਨੇ ਬੜੀ ਵਾਰੀ ਸੁਣਿਆ ਹੈ ਕਿ ਜਦੋਂ ਰੱਬ ਆਪ ਆ ਕੇ ਕਹਿੰਦੇ ਨੇ ਕਿ ਨਾਮਦੇਵ ਤੈਨੂੰ ਇਹਨਾਂ ਤੋਂ ਛਡਾਉਣਾ, ਦੱਸ ਧਰਤੀ ਪੁੱਠੀ ਕਰਦੇ ਆ, ਧਰਤੀ ਨੂੰ ਚੁੱਕ ਕੇ ਇਹਨਾਂ ਦੇ ਉੱਤੇ ਰੱਖਦੇ ਆ, ਕਿ ਕਹੋ ਤਾਂ ਧਰਨੇ ਗੋਡੇ ਕਰੂੰ, ਕਹੋ ਤਾਂ ਲੈ ਕਰ ਉੱਪਰ ਧਰੂ। ਹੁਣ ਇਹਦਾ ਭਾਵ ਅਰਥ ਹੈ ਕਿ ਰੱਬ ਸਾਰੀ ਸਮਰੱਥਾ ਦਾ ਮਾਲਕ ਹੈ, ਉਹ ਸਭ ਕੁਝ ਕਰ ਸਕਦਾ ਹੈ ਇੱਕ ਖਿਣ ਵਿੱਚ, ਪਰ ਰੱਬ ਪਰਮੇਸ਼ਰ ਕਦੇ ਨਾਰਾਜ਼ ਨਹੀਂ ਹੁੰਦਾ, ਉਹ ਗੁੱਸੇ ਵਿੱਚ ਨਹੀਂ ਹੁੰਦਾ। ਤੇ ਜੇ ਰੱਬ ਗੁੱਸੇ ਵਿੱਚ ਨਹੀਂ ਹੁੰਦਾ ਤੇ ਭੱਟ ਸਾਹਿਬ ਜੀ ਪਾਵਨ ਬਚਨ ਕਹਿੰਦੇ ਨੇ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਤੁਸੀਂ ਪ੍ਰਤੱਖ ਹਰ। ਗੁਰੂ ਅਰਜਨ ਦੇਵ ਜੀ ਪ੍ਰਤੱਖ ਰੂਪ ਦੇ ਵਿੱਚ ਆਪ ਹੀ ਉਹ ਰੱਬ ਨੇ ਕਿ ਜਿਨ੍ਹਾਂ ਨੂੰ ਕਦੇ ਗੁੱਸਾ ਆਏ ਹੀ ਨਹੀਂ। ਕਿਉਂਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਉਣਾ, ਇਹ ਤਾਂ ਦੁਸ਼ਮਣਾਂ ਦਾ ਸਭ ਤੋਂ ਅਖੀਰਲਾ ਹੱਲਾ ਸੀ। ਤਪਾਉਣ ਦਾ ਯਤਨ ਤੇ ਜਨਮ ਤੋਂ ਲੈ ਕੇ ਕੀਤਾ, ਤੇ ਇਹ ਜਿਹੜਾ ਤਪਾਉਣ ਦਾ ਯਤਨ ਹੈ ਬਾਹਰੋਂ ਨਹੀਂ, ਘਰ ਦੇ ਵਿੱਚ ਸ਼ੁਰੂ ਹੋਇਆ। ਬਾਬਾ ਪ੍ਰਿਥੀਆ ਕਿ ਜਿੱਦਣ ਸਤਿਗੁਰੂ ਜੀ ਗੁਰਤਾ ਗੱਦੇ ਤੇ ਬੈਠਦੇ ਨੇ, ਉਦਣ ਵੀ ਤਪਾਉਣ ਦਾ ਯਤਨ ਕਰਦੇ ਨੇ, ਕਿ ਉਹ ਦਸਤਾਰ ਬਾਬਾ ਬੁੱਢਾ ਸਾਹਿਬ ਜੀ ਦੇ ਹੱਥ ਦੇ ਵਿੱਚੋਂ ਬਾਬਾ ਪ੍ਰਿਥੀਆ ਨੇ ਖੋਈ ਕਿ ਗੁਰੂ ਦੇ ਮੈਂ। ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇੰਨੇ ਸ਼ਾਂਤੀ ਦੇ ਪੁੰਜ ਨੇ, ਕਹਿੰਦੇ ਬਾਬਾ ਜੀ ਦਸਤਾਰ ਇਹਨਾਂ ਨੂੰ ਦੇ ਦਿਓ, ਕਿਉਂਕਿ ਜਾਣਦੇ ਨੇ ਜਿਹੜੀ ਗੁਰਤਾ ਗੱਦੀ ਹੈ, ਗੁਰੂ ਦੀ ਜੋਤ ਹੈ, ਉਹ ਕਿਤੇ 5 ਗਜ ਕੱਪੜੇ ਦੇ ਅਧੀਨ ਥੋੜ੍ਹੀ ਹੈ। ਇਹ ਸਮਝਦਾ ਕਿ ਸ਼ਾਇਦ ਕੱਪੜਾ ਇਹ ਦਸਤਾਰ ਕੇਵਲ ਬੰਨ੍ਹ ਲਈ ਤੇ ਗੁਰੂ ਬਣ ਜਾਵੇ। ਉਹ ਧੰਨ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੂੰ ਭੱਟ ਸਾਹਿਬ ਜੀ ਕਹਿੰਦੇ ਨੇ, ਉਹਨਾਂ ਨੇ ਧੀਰਜ ਨੂੰ ਜਿਵੇਂ ਆਪਣਾ ਧਰਮ ਹੀ ਬਣਾ ਲਿਆ ਹੈ। ਭੱਟ ਸਾਹਿਬ ਜੀ ਬਾਣੀ ਦੇ ਵਿੱਚ ਪਾਵਨ ਬਚਨ ਕਹਿੰਦੇ ਨੇ, ਧਰਮ ਧੀਰ ਗੁਰਮਤਿ ਗੰਭੀਰ। ਧਰਮ ਧੀਰ, ਧੀਰਜ ਨੂੰ ਧਰਮ ਬਣਾ ਲਿਆ।
ਉਹ ਇੰਨੇ ਗੁਣੀ ਗਹੀਰ ਨੇ, ਇੰਨੇ ਡੂੰਘੇ ਨੇ, ਕਹਿੰਦੇ ਨੇ ਪਰ ਦੁੱਖ ਨਿਵਾਰਣ। ਜਿੱਥੇ ਉਹਨਾਂ ਨੇ ਧਰਮ ਨੂੰ, ਆਪਣਾ ਧੀਰਜ ਨੂੰ ਧਰਮ ਬਣਾ ਲਿਆ, ਉੱਥੇ ਉਹਨਾਂ ਦਾ ਸੁਭਾਅ ਹੈ ਕਿ ਦੂਸਰਿਆਂ ਦੇ ਦੁੱਖ ਨੂੰ ਦੂਰ ਕਰਨਾ ਹੈ, ਆਪ ਸਹਾਰਨਾ ਹੈ ਤੇ ਦੂਸਰਿਆਂ ਦੇ ਦੁੱਖ ਨੂੰ ਦੂਰ ਕਰਨਾ ਹੈ। ਹੁਣ ਧੀਰਜ ਨੂੰ ਧਰਮ ਕਿਵੇਂ ਬਣਾਇਆ? ਲੋਕਾਂ ਨੇ ਤਪਾਉਣ ਦਾ ਯਤਨ ਬੜਾ ਕੀਤਾ, ਪਰ ਜਿਨ੍ਹਾਂ ਨੇ ਆਪਣਾ ਧਰਮ ਹੀ ਧੀਰਜ ਨੂੰ ਬਣਾ ਲਿਆ, ਉਹ ਤਪਦੇ ਕਿੱਥੇ ਨੇ? ਹੁਣ ਦੇਖੋ, ਖਿਆਲ ਕਰੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ, 8 ਸਾਲ ਲੰਘ ਗਏ। 8 ਸਾਲ ਤੱਕ ਵਿੱਚ ਘਰ ਦੇ ਵਿੱਚ ਕੋਈ ਔਲਾਦ ਨਹੀਂ, ਤੇ ਧੰਨ ਗੁਰੂ ਅਰਜਨ ਦੇਵ ਜੀ ਆਪ ਪ੍ਰਤੱਖ ਹਰ ਨੇ ਕਿ ਜਿੱਥੇ ਲੋਕ ਆਉਂਦੇ ਨੇ, ਦੁੱਧ ਪੁੱਤ ਸਾਰਿਆਂ ਦੀ ਝੋਲੀਆਂ ਭਰਦੇ ਨੇ, ਸਭ ਨੂੰ ਦੇਣ ਵਾਲੇ, ਸਭ ਦੇ ਦਾਤੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਆਪਣੇ ਘਰ ਵਿੱਚ ਔਲਾਦ ਕੋਈ ਨਹੀਂ। ਔਰ ਸਤਿਗੁਰੂ ਜੀ ਦੇ ਮਹਿਲ ਸਾਡੇ ਮਾਤਾ ਗੰਗਾ ਜੀ, ਉਹਨਾਂ ਨੇ ਕਦੇ ਮੰਗ ਵੀ ਨਹੀਂ ਕੀਤੀ, ਕਦੇ ਸ਼ਿਕਾਇਤ ਵੀ ਨਹੀਂ ਕੀਤੀ, ਕਿਉਂਕਿ ਉਹ ਜਾਣਦੇ ਨੇ ਜੇ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸਭ ਕੁਝ ਕਰਨ ਕਰਾਉਣ ਵਾਲਾ ਪਰਮੇਸ਼ਰ ਰੱਬ ਹੈ, ਅੰਦਰ ਕਦੇ ਭੰਗ ਨਹੀਂ ਹੋਇਆ। ਮਾਤਾ ਗੰਗਾ ਜੀ ਵੀ ਧੀਰਜ ਵਿੱਚ ਰਹਿੰਦੇ ਨੇ। ਪਰ 8 ਸਾਲ ਤੋਂ ਬਾਅਦ ਜਦੋਂ ਜਠਾਣੀ ਕਰਮੋਂ ਇਹ ਤਾਨਾ ਮਾਰਦੇ ਹੈ ਕਿ ਇਹਨਾਂ ਨੇ ਜਾਣਾ ਤੇ ਉਤਰੀ ਹੈ, ਜੇ ਗੁਰਤਾ ਗੱਦੀ ਦਸਤਾਰ ਬੋ ਕੇ ਵੀ ਸਾਡੇ ਕੋਲ ਨਹੀਂ ਆਈ ਤੇ ਤਾਂ ਕੀ ਹੋ ਗਿਆ? ਇਹਨਾਂ ਦੀ ਕਿਹੜੀ ਔਲਾਦ ਹੈ? ਜਾਣਾ ਤੇ ਉਤਰੇ, ਉਹਨਾਂ ਤਾਂ ਸਾਰਾ ਕੁਝ ਸਾਡੇ ਕੋਲ ਹੀ ਹੈ, ਜੋੜ ਕੇ ਕਿੱਥੇ ਲੈ ਜਾਣਗੇ? ਉਰੇ ਜਦੋਂ ਮਾਤਾ ਗੰਗਾ ਜੀ ਕੰਨਾਂ ਦੇ ਨਾਲ ਸੁਣਦੇ ਨੇ, ਅੱਜ ਪਹਿਲੀ ਵਾਰੀ ਉਦਾਸ ਵੀ ਹੋਏ, ਥੋੜਾ ਜਿਹਾ ਅੰਦਰ ਸ਼ਿਕਵਾ ਵੀ ਆਇਆ ਕਿ ਸਤਿਗੁਰੂ ਜੀ ਸਾਰਿਆਂ ਦੇ ਝੋਲੀਆਂ ਭਰਨ ਵਾਲੇ, ਔਰ ਸਾਨੂੰ ਸਾਡੇ ਸ਼ਰੀਕ ਜਿਹੜੇ ਇਹ ਤਾਨੇ ਮਾਰਨ। ਔਰ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਪੁੱਛਦੇ ਨੇ ਗੰਗਾ ਜੀ ਉਦਾਸ ਹੈ, ਉਹ ਰੋ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਕਦੇ ਕੁਝ ਨਹੀਂ ਮੰਗਿਆ, ਕਦੇ ਚਾਹਤ ਨਹੀਂ ਰੱਖੀ, ਕਦੇ ਸ਼ਿਕਵਾ ਨਹੀਂ ਕੀਤਾ, ਪਰ ਅੱਜ ਦੇ ਬੋਲੇ ਜਿਹੜੇ ਅੰਦਰ ਨੂੰ ਵਿੰਨ ਕੇ ਚਲੀ ਗਈ ਹੈ, ਕਿਰਪਾ ਕਰੋ ਇੱਕ ਪੁੱਤਰ ਦੇ ਦਾਤ ਬਖਸ਼ੋ। ਔਰ ਸਤਿਗੁਰੂ ਜੀ ਨੂੰ ਤੇ ਧੀਰਜ ਵੀ ਦਿੱਤਾ, ਕਿਉਂਕਿ ਧੀਰਜ ਨੂੰ ਆਪਣਾ ਧਰਮ ਬਣਾਇਆ ਨਾ। ਤੇ ਕਹਿੰਦੇ ਨੇ ਗੰਗਾ ਜੀ ਦੇਖੋ, ਘਰ ਦੇ ਵਿੱਚ ਔਲਾਦ ਹੋਣੀ, ਕਿਸੇ ਦਾ ਜਨਮ ਹੋਣਾ, ਕਿਸੇ ਦੀ ਮੌਤ ਹੋ ਜਾਣੀ, ਇਹ ਸਭ ਕੁਝ ਰੱਬ ਦੇ ਪਰਮੇਸ਼ਰ ਦੇ ਆਪਣੇ ਹੱਥ ਵਿੱਚ ਹੈ। ਕਿਉਂਕਿ ਕਿਸੇ ਦੇ ਕਹਿਣ ਨਾਲ ਨਾ ਜਨਮ ਕਿਸੇ ਦਾ ਹੋ ਜਾਣਾ ਤੇ ਨਾ ਜਨਮ ਹੋਣੋਂ ਰੁਕ ਜਾਣਾ ਹੈ, ਤੇ ਕਿਸੇ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਮਨ ਦੇ ਉੱਤੇ ਨਹੀਂ ਲਾਈਦਾ। ਔਰ ਜਦੋਂ ਮਾਤਾ ਗੰਗਾ ਜੀ ਫਿਰ ਬੇਨਤੀ ਕਰਦੇ ਨੇ ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਰੱਬ ਦੇ ਘਰ ਵਿੱਚ ਸਭ ਕੁਝ ਹੈ। ਨਾਲੇ ਬਾਣੀ ਪੜ੍ਹਦੇ ਹੋ ਕਿ ਸੱਚੇ ਸਾਹਿਬਾ ਕਿਆ ਨਹੀਂ ਕਰਦੇ ਰਹੋ, ਉਹਦੇ ਘਰ ਵਿੱਚ ਸਭ ਕੁਝ ਹੈ। ਤੇ ਜੇ ਨਹੀਂ ਤੇ ਫਿਰ ਜਾਓ ਬਾਬਾ ਬੁੱਢਾ ਸਾਹਿਬ ਜੀ ਕੋਲ, ਕਿਉਂਕਿ ਆਪ ਦਾਤਾ ਦੇਣ ਵਾਲੇ ਨੇ। ਔਰ ਬਾਬਾ ਬੁੱਢਾ ਸਾਹਿਬ ਜੀ ਨੂੰ ਵਡਿਆਈ ਬਖਸ਼ੀ ਸੀ ਕਿ ਬਾਬਾ ਬੁੱਢਾ ਜੀ ਕੋਲ ਜਾਓ, ਜਾ ਕੇ ਅਰਦਾਸ ਕਰਾਓ। ਔਰ ਇਤਿਹਾਸ ਆਪ ਜੀ ਜਾਣਦੇ ਹੋ, ਪਹਿਲੀ ਵਾਰੀ ਗਏ ਤੇ ਬਚਨ ਬਾਬਾ ਬੁੱਢਾ ਜੀ ਦੇ ਮੂੰਹ ਚੋਂ ਇਹ ਨਿਕਲੇ ਸਨ ਕਿ ਕਿੱਧਰ ਗੁਰੂ ਕਿਆਂ ਨੂੰ ਭਾਜੜਾ ਕਿੱਧਰ ਪੈ ਗਈਆਂ, ਔਰ ਪਈਆਂ ਵੀ। ਪਰ ਜਦੋਂ ਸਤਿਗੁਰੂ ਜੀ ਨੇ ਸਮਝਾਇਆ ਕਿ ਜੇ ਜਾਣਾ ਹੈ ਤਾਂ ਫਿਰ ਵੱਡੇ ਬਣ ਕੇ ਨਹੀਂ, ਫਿਰ ਛੋਟੇ ਹੋ ਕੇ ਜਾਈਦਾ ਹੈ। ਔਰ ਮਾਤਾ ਜੀ ਜਦੋਂ ਮਿੱਸੀ ਰੋਟੀ ਲੈ ਕੇ ਗਏ, ਬਾਬਾ ਬੁੱਢਾ ਸਾਹਿਬ ਜੀ ਇੰਨੇ ਪ੍ਰਸੰਨ ਹੋਏ ਕਿ ਮਾਂ ਨੂੰ ਪਤਾ ਹੈ ਕਿ ਬੜੀ ਭੁੱਖ ਲੱਗੀ ਹੈ। ਨਾਲੇ ਗੰਢਾ ਭੰਨਦੇ ਨੇ ਤੇ ਨਾਲੇ ਕਹਿੰਦੇ ਨੇ ਮਾਂ ਕਿ ਤੁਹਾਡੇ ਘਰ ਐਸਾ ਪੁੱਤਰ ਹੋਵੇਗਾ ਜਿਹੜਾ ਵੈਰੀਆਂ ਦੇ ਟਿੰਡ ਇਸੇ ਤਰ੍ਹਾਂ ਭੰਨੇਗਾ ਜਿਵੇਂ ਗੰਢੇ ਨੂੰ ਭੰਨਿਆ ਹੈ। ਔਰ ਗੁਰੂ ਦੀ ਕਿਰਪਾ ਹੋਈ, 10 ਮਹੀਨੇ ਤੋਂ ਬਾਅਦ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਨਹੀਂ ਘਰ ਦੇ ਕਲੇਸ਼ ਤੋਂ, ਪ੍ਰਿਥਵੀ ਦੇ ਕਲੇਸ਼ ਤੋਂ ਕਿ ਕਲੇਸ਼ ਨਾ ਹੋਵੇ ਛੱਡ ਕੇ ਗੁਰੂ ਕੇ ਵਿਡਾਲੀ ਚਲੇ ਗਏ ਸਨ। ਗੁਰੂ ਕੇ ਵਿਡਾਲੀ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਔਰ ਗੁਰੂ ਜੀ ਨੇ ਧੀਰਜ ਨੂੰ ਕਿਵੇਂ ਧਰਮ ਬਣਾਇਆ, ਕਹਿੰਦੇ ਦੇਖੋ ਸਭ ਨੇ ਆ ਕੇ ਵਧਾਈਆਂ ਦਿੱਤੀਆਂ। सक्का ताया आया तो सक्के ताए ने आके किया की खबर पहुंचे गुरु के विटाली तो खास करके वो जेडी जेठानी कर्मों सी जेडे कहते से ना उतरिया जाना है
ਉਹਨਾਂ ਨੂੰ ਖੁਸ਼ੀ ਕਿੱਥੇ, ਵਧਾਈ ਦੇ ਲੱਡੂ ਉਹਨਾਂ ਦੇ ਗਲੇ 'ਚੋਂ ਕਿੱਥੇ ਉਤਰਨ। ਕਹਿੰਦੇ ਘਰ ਬੈਠੇ ਇਵੇਂ ਅੰਦਰੋਂ ਸੜਦੇ ਨੇ ਕਿ ਜਿਵੇਂ ਸੱਪ ਦੀ ਵਿਸ, ਜ਼ਹਿਰ ਇੰਨੀ ਜ਼ਿਆਦੀ ਤੇ ਕਿਸੇ ਪਾਸੇ ਕੱਢਣ ਦੀ ਥਾਂ ਨਹੀਂ ਲੱਭਦੀ, ਕਿੱਥੇ ਮਰਾਂ। ਇਹਨਾਂ ਨੇ ਵਿਉਂਤ ਬਣਾਈ, ਕਰਮੋਂ ਨੂੰ ਸੱਦਿਆ ਦਾਈ, ਔਰ ਦਾਈ ਦਾ ਨਾਮ ਜੀ ਜਾਣਦੇ ਹੋ, ਫੱਤੋ ਦਾਈ। ਪ੍ਰਿਥੀ ਚੰਦ ਨੇ ਉਦੋਂ 200 ਚਾਂਦੀ ਦੇ ਸਿੱਕੇ ਦਿੱਤੇ, 200 ਰਜਤ ਪਣ, ਉਹ ਬਹੁਤ ਵੱਡੀ ਕੀਮਤ ਸੀ, ਅੱਜ ਦੇ ਕਰੋੜਾਂ ਦੇ ਹਿਸਾਬ ਨਾਲ ਹੈ। ਤੇ ਇਸ ਕਰਕੇ ਨੇ ਦਿੱਤੇ ਕਿ ਦਾਈ ਤੈਨੂੰ ਅਸੀਂ ਵਧਾਈ ਦਿੰਦੇ ਹਾਂ, ਸਾਡਾ ਭਤੀਜਾ ਆਇਆ। ਇਸ ਕਰਕੇ ਦਿੱਤੇ ਕਿ ਆਪਣੇ ਦੁੱਧ ਨੂੰ ਜ਼ਹਿਰ ਲਾ ਕੇ ਮੇਰੇ ਭਤੀਜੇ, ਸਕੇ ਭਤੀਜੇ ਹਰਗੋਬਿੰਦ ਸਾਹਿਬ ਨੂੰ ਤੂੰ ਇਹ ਦੁੱਧ ਚੰਗਾਉਣਾ ਹੈ, ਜ਼ਹਿਰ ਦੇ ਕੇ ਮਾਰਨਾ ਹੈ, ਸਿੱਧੇ ਸ਼ਬਦ 'ਚ ਵਰਤੀਏ। ਔਰ ਉਹ ਦਾਈ ਨੇ ਉਹ 200 ਚਾਂਦੀ ਦੇ ਸਿੱਕੇ ਲਏ, ਗੁਰੂ ਕੇ ਵਡਾਲੀ ਪਹੁੰਚੀ। ਜਾ ਕੇ ਪਹਿਲੋਂ ਮਾਂ ਗੰਗਾ ਦੇ ਕੋਲ ਸ਼ਿਕਾਇਤ ਕੀਤੀ ਕਿ ਮਾਂ ਜੇ ਅੰਮ੍ਰਿਤਸਰ ਘਰ ਦੇ ਵਿੱਚ ਰਹਿੰਦੇ ਤੇ ਮੈਂ ਤੁਹਾਡੀ ਸੇਵਾ ਕਰਨੀ ਸੀ, ਤੁਹਾਡੇ ਲਾਲ ਦੀ ਸੇਵਾ ਕਰਨੀ ਸੀ, ਸੇਵਾ ਕਰਕੇ ਵਧਾਈਆਂ ਲੈਣੀਆਂ ਸੀ, 4 ਪੈਸੇ ਲੈਂਦੇ, ਕੋਈ 4 ਮਣ ਦਾਣੇ ਲੈਂਦੇ। ਔਰ ਮਾਤਾ ਗੰਗਾ ਜੀ ਹੱਸ ਕੇ ਕਹਿੰਦੇ ਨੇ ਬਹੁਤੋ ਕੋਈ ਨਹੀਂ, ਤੂੰ 4 ਦਿਨ ਇੱਥੇ ਰਹਿ ਕੇ ਸੇਵਾ ਕਰ, ਤੈਨੂੰ ਰੁਪਈਏ ਪੈਸੇ ਵੀ ਦਿਆਂਗੇ, ਕੱਪੜੇ ਵੀ ਦਿਆਂਗੇ, ਦਾਣੇ ਵੀ ਜਿੰਨੇ ਚਾਹੀਦੇ ਨੇ ਸਾਲ ਭਰ ਦੇ ਲੈ ਜੀ। ਕਿਉਂਕਿ ਗੁਰੂ ਕੇ ਘਰ ਵਿੱਚ ਕਿਹੜੀ ਘਾਟ ਹੈ। ਉਹਨੇ 5, 7, 10 ਦਿਨ ਪੂਰਾ ਕਹਿਣ ਲੱਗੇ ਜਿਵੇਂ ਵਿਸ਼ਵਾਸ ਜਿੱਤੀਦਾ ਹੈ। ਪਹਿਲੋਂ ਤਾਂ ਵਿਸ਼ਵਾਸ ਜਿੱਤਿਆ, ਔਰ ਫਿਰ ਆਪਣੇ ਦੁੱਧ ਨੂੰ ਉਹ ਜ਼ਹਿਰ ਲਾ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹਨੇ ਪਿਆਉਣ ਦਾ ਯਤਨ ਕੀਤਾ। ਦੁੱਧ ਪੀਤਾ ਤੇ ਨਹੀਂ, ਪਰ ਧੰਨ ਹਰਗੁਰੂ ਗੋਬਿੰਦ ਸਿੰਘ ਜਿਨ੍ਹਾਂ ਦੇ ਨਹੁੰ ਉਦੋਂ ਤਿੱਖੇ ਸਨ, ਕਹਿੰਦੇ ਦੁੱਧ ਨਹੀਂ ਪੀਤਾ ਪਰ ਹੱਥ ਮਾਰਿਆ ਤੇ ਨਹੁੰ ਐਸਾ ਲੱਗਿਆ ਕਿ ਥੋੜ੍ਹਾ ਜਿਹਾ ਟੱਕ ਲੱਗਿਆ ਉਸ ਦੁੱਧ ਦੇ ਵਿੱਚ। ਉਹ ਜਿਹੜਾ ਜ਼ਹਿਰ ਲਾਇਆ ਸੀ ਕਿ ਪਿਆਉਣਾ ਗੁਰੂ ਹਰਗੋਬਿੰਦ ਸਾਹਿਬ ਨੂੰ, ਉਹ ਹੀ ਜ਼ਹਿਰ ਦਾਈ ਨੂੰ ਚੜ੍ਹ ਗਿਆ ਉਲਟਾ। ਰੌਲਾ ਪੈ ਗਿਆ ਕਿ ਦਾਈ ਨੂੰ ਕਿਉਂ ਹੋ ਗਿਆ, ਦਾਈ ਉਲਟੀਆਂ ਕਰੇ, ਬਿਮਾਰ ਹੋ ਗਈ, ਮਰਨੇ ਪੈ ਗਈ। ਔਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਜਾ ਕੇ ਇਹ ਦੱਸਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਸ਼ਰਹੱਟਾ ਸਾਹਿਬ ਦਾ ਖੂਹ ਬਣਾਉਂਦੇ ਨੇ ਕਿ ਪੁੱਤਰ ਦੀ ਯਾਦ ਵਿੱਚ ਪੁੱਤਰ ਆਏ, ਸ਼ਰਹੱਟਾ ਸ਼ਬਦ ਵਰਤਿਆ ਜਾਂਦਾ, ਛੇਹਰਟ ਵੱਡਾ ਖੂਹ ਸੀ ਕਿ ਕਿਸੇ ਵਿੱਚ 1 ਹਰਟ ਚੱਲਦੀ, ਕਿਸੇ 'ਚ 2 ਚੱਲਦੀ, ਉਹਦੇ 'ਚ 6 ਹਰਟਾਂ ਇਕੱਠੀਆਂ ਚੱਲਦੀਆਂ ਨੇ। ਉੱਥੋਂ ਧੰਨ ਗੁਰੂ ਅਰਜਨ ਦੇਵ ਜੀ ਆਏ ਨੇ ਤੇ ਜਦੋਂ ਸਿੱਖਾਂ ਨੇ ਪੁੱਛਿਆ ਕਿ ਸਤਿਗੁਰੂ ਜੀ ਕੋਈ ਕਰੋ ਕਿਰਪਾ, ਕਿਸੇ ਵੈਦ ਹਕੀਮ ਨੂੰ ਕਹਿ ਕੇ ਕਿਸੇ ਤਰ੍ਹਾਂ ਕੋਈ ਉਪਚਾਰ ਹੋ ਸਕਦਾ, ਤੇ ਗੁਰੂ ਸਾਹਿਬ ਜੀ ਕਹਿੰਦੇ ਹੁਣ ਉਪਚਾਰ ਨਹੀਂ ਭਈ, ਹੁਣ ਇਹਨੂੰ ਲੈ ਜਾਓ। ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਹੁਣ ਲੈ ਜਾਓ, ਕਿਉਂਕਿ ਸਵਾਸ ਅੰਦਰੋਂ ਖਤਮ ਹੋ ਗਏ ਨੇ, ਜਾ ਕੇ ਪਿੰਡ ਲੈ ਜਾਓ ਤੇ ਜਾ ਕੇ ਸੰਸਕਾਰ ਕਰੋ। ਫੱਤੋ ਦਾਈ ਦਾ ਸੰਸਕਾਰ ਕਰਵਾਇਆ। 5, 10 ਦਿਨ, ਹਫ਼ਤਾ 10, 12 ਦਿਨ ਲੱਗੇ। ਭਾਈ ਗੁਰਦਾਸ ਜੀ ਹੋਰ ਸਿੱਖ ਧੰਨ ਗੁਰੂ ਅਰਜਨ ਦੇਵ ਜੀ ਦੇ ਕੋਲ ਆਏ ਕਿ ਸਤਿਗੁਰੂ ਜੀ ਤੁਸੀਂ ਹਜੇ ਵੀ ਸ਼ਾਂਤ ਚਿੱਤ ਬੈਠੇ ਹੋ, ਕਿਉਂਕਿ ਦਾਈ ਮਰਨ ਤੋਂ ਪਹਿਲੋਂ ਮੰਨ ਕੇ ਗਈ ਹੈ, ਕਹਿ ਕੇ ਗਈ ਹੈ ਕਿ ਇਹ ਤੁਹਾਡੇ ਭਰਾ ਪ੍ਰਿਥੀ ਚੰਦ ਨੇ 200 ਰਜਤ ਪਣ, 200 ਚਾਂਦੀ ਦੇ ਸਿੱਕੇ ਦਿੱਤੇ ਨੇ ਕਿ ਤੁਹਾਡੇ ਪੁੱਤਰ ਹਰਗੋਬਿੰਦ ਨੂੰ ਮਾਰਨਾ ਹੈ। ਤੇ ਸਤਿਗੁਰੂ ਜੀ ਤੁਸੀਂ ਹਜੇ ਵੀ ਚੁੱਪ ਕਰਕੇ ਬੈਠੋ, ਪੰਚਾਇਤ ਕਰੋ। ਕਿਉਂਕਿ ਪ੍ਰਿਥੀ ਨੇ ਅੱਜ ਇਹ ਕੀਤਾ, ਦੇਖੋ ਸਾਡੇ ਬੱਚੇ ਨੂੰ ਕੋਈ ਚਪੇੜ ਹੀ ਮਾਰ ਜੇ, ਚਪੇੜ ਤੇ ਦੂਰ ਦੀ ਗੱਲ, ਕੋਈ ਉੱਚਾ ਬੋਲ ਵੀ ਜਾਏ। ਹੁਣ ਤੇ ਨਾ ਕਿ ਅਗਲਾ ਬੰਦਾ ਸਿਰ ਪਾੜਨ ਤੱਕ ਜਾਂਦਾ ਕਿ ਮੇਰੇ ਬੱਚੇ ਨੂੰ ਤੂੰ ਬੋਲਣ ਵਾਲਾ ਹੈ ਕੌਣ। ਪਰ ਇੱਕ ਉਹ ਜਿਹੜੇ ਛੋਟੇ ਜਿਹੇ ਬੱਚੇ ਨੂੰ ਮਾਰਨ ਵਾਸਤੇ ਭੇਜਦੇ ਨੇ, ਤੇ ਸਤਿਗੁਰੂ ਜੀ ਤੁਸੀਂ ਫਿਰ ਵੀ ਸ਼ਾਂਤ ਚਿੱਤ ਬੈਠੇ। ਔਰ ਧੰਨ ਗੁਰੂ ਅਰਜਨ ਦੇਵ ਜੀ ਉੱਥੇ ਜਿਨ੍ਹਾਂ ਨੇ ਧੀਰਜ ਨੂੰ ਆਪਣਾ ਧਰਮ ਬਣਾਇਆ ਹੈ, ਕਹਿੰਦੇ ਭਾਈ ਗੁਰਦਾਸ ਜੀ ਇੱਕ ਗੱਲ ਦੱਸੋ ਕਿ ਬਚਾਉਣ ਵਾਲਾ ਵੱਡਾ ਹੈ ਕਿ ਮਾਰਨ ਵਾਲਾ ਵੱਡਾ ਹੈ। ਤੇ ਜੇ ਬਚਾਉਣ ਵਾਲਾ ਵੱਡਾ ਹੈ, ਸਾਨੂੰ ਮਾਰਨ ਵਾਲੇ ਦੀ ਨਿੰਦਿਆ ਕਰਨ ਦੇ ਬਜਾਏ ਉਸ ਬਚਾਉਣ ਵਾਲੇ ਦੀ ਸਿਫਤ ਵਿੱਚ ਲੱਗਣਾ ਚਾਹੀਦਾ ਹੈ।
ਸਾਨੂੰ ਕੀ ਲੋੜ ਹੈ ਪੰਚਾਇਤਾਂ ਕਰਨ ਦੀ, ਸਾਨੂੰ ਕੀ ਲੋੜ ਹੈ ਕਿਸੇ ਨੂੰ ਮਾੜਾ ਕਰਨ ਦੀ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਸ ਕਾ ਸਾਹਿਬ ਡਾਡਾ ਹੋਏ ਤਿਸ ਕੋ ਮਾਰ ਨਾ ਸਕੈ ਕੋਏ। ਪਰ ਇਹ ਗੱਲ ਕਹਿ ਕੋਈ ਸਕਦਾ ਜਿੰਦੇ ਅੰਦਰ ਇਹ ਧੀਰਜ ਹੈ, ਜਿਹੜੇ ਆਪ ਪ੍ਰਤੱਖ ਹਰ ਨੇ। ਹੁਣ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉੱਥੇ ਪਾਵਨ ਬਚਨ ਵੀ ਕਹੇ। ਸ਼ਲੋਕ ਸੰਸਕ੍ਰਿਤ ਦੇ ਵਿੱਚ ਪਾਵਨ ਬਚਨ ਆਉਂਦੇ ਨੇ ਕਿ ਜਦੋਂ ਰੱਬ ਰੱਖਣ ਵਾਲਾ ਹੋਵੇ ਨਾ, ਫਿਰ ਦੁਨੀਆ ਦੇ ਲੋਕ ਜਿੰਨੀ ਮਰਜ਼ੀ ਵਾਹ ਲਾ ਲੈਣ, ਜਿੰਨੀ ਮਰਜ਼ੀ ਤਾਕਤ ਲਾਉਣ। ਉੱਥੇ ਸਤਿਗੁਰੂ ਜੀ ਨੇ ਉਦਾਹਰਣ ਦਿੱਤੀ, ਇੱਕ ਸ਼ਿਕਾਰੀ ਹੈ, ਹਰਨੀ ਨੂੰ ਮਾਰਨ ਜਾਂਦਾ ਹੈ, ਨਿਸ਼ਾਨਾ ਵੀ ਬਣਦਾ ਹੈ ਸ਼ਿਕਾਰੀ। ਔਰ ਸ਼ਿਕਾਰ ਕਰ ਲੱਗਿਆ, ਆਪਣਾ ਸਾਰਾ ਸਾਜੋ ਸਮਾਨ ਲੈ ਜਾਂਦੇ ਸਨ। ਸ਼ਿਕਾਰੀ ਕੁੱਤਾ ਵੀ ਨਾਲ ਲੈ ਗਿਆ। ਇੱਕ ਪਾਸੇ ਜਾਲ ਲਾ ਦਿੱਤਾ, ਇੱਕ ਪਾਸੇ ਅੱਗ ਬਾਲ ਦਿੱਤੀ, ਚੌਥੇ ਪਾਸੇ ਆਪ ਖਲੋ ਗਿਆ। ਜੇ ਹਰਨੀ ਭੱਜੇ ਵੀ ਤਾਂ ਭੱਜ ਕੇ ਜਾਏਗੀ ਕਿਹੜੇ ਪਾਸੇ? ਹੁਣ ਉਹ ਸ਼ਿਕਾਰੀ ਨੇ ਆਪਣੇ ਵੱਲੋਂ ਤੇ ਗੋਡੇ ਪਰਨੇ ਹੋ ਕੇ ਨਿਸ਼ਾਨਾ ਬੰਨਿਆ ਕਿ ਹਰਨੀ ਨੂੰ ਮਾਰਨਾ, ਕਿਸੇ ਪਾਸੇ ਭੱਜ ਨਹੀਂ ਸਕਦੀ, ਚਾਰੇ ਪਾਸੋਂ ਘੇਰਾ ਪਾਇਆ ਹੈ। ਹੁਣ ਇਹ ਕੇਵਲ ਸਾਖੀ ਨੇ, ਸਤਿਗੁਰੂ ਦੀ ਬਾਣੀ ਦੇ ਪਾਵਨ ਬਚਨ ਵੀ ਨੇ ਕਿ ਜਦੋਂ ਗੋਡੇ ਪਰਨੇ ਹੋ ਕੇ ਉਹਨੇ ਨਿਸ਼ਾਨਾ ਬੰਨਿਆ, ਤੇ ਨਿਸ਼ਾਨਾ ਜਦੋਂ ਤੀਰ ਚਲਾਉਣਾ ਸੀ ਉਦੋਂ ਪਹਿਲੋਂ ਜਿੱਥੇ ਗੋਡਾ ਥੱਲੇ ਮਾਰਿਆ ਸੀ ਉੱਥੇ ਥੱਲੇ ਖੁੱਡ ਥੱਲੇ ਨਿਕਲਿਆ ਸੱਪ ਨੇ ਮਾਰਿਆ ਡੰਗ। ਉਹ ਜਿਹੜਾ ਤੀਰ ਮਾਰਨਾ ਸੀ ਹਰਨੀ ਨੂੰ ਤਾਂ ਨਹੀਂ ਵੱਜਿਆ, ਉਹ ਜਾ ਕੇ ਵੱਜਿਆ ਕੁੱਤੇ ਨੂੰ। ਕੁੱਤੇ ਦੀ ਹੋ ਗਈ ਮੌਤ। ਉਧਰੋਂ ਆਈ ਹਨੇਰੀ ਕਿ ਜਿਹੜਾ ਜਾਲ ਸੀ ਉਹ ਵੀ ਕਿਸੇ ਪਾਸੇ ਅੱਗ ਦੇ ਵਿੱਚ ਜਾ ਕੇ ਸੜ ਗਿਆ, ਸਾਰੇ ਪਾਸੇ ਖੁੱਲੇ ਹੋ ਗਏ। ਆਪ ਮਰ ਗਿਆ, ਕੁੱਤਾ ਮਰ ਗਿਆ, ਜਾਲ ਸੜ ਗਿਆ। ਪਰ ਜਿਹੜੀ ਹਰਨੀ ਨੂੰ ਮਾਰਨਾ ਸੀ ਉਹਦਾ ਵਾਲ ਵੀ ਵਿੰਗਾ ਨਹੀਂ ਹੋਇਆ। ਹੁਣ ਉਦਾਹਰਣ ਹੈ, ਔਰ ਗੁਰੂ ਸਾਹਿਬ ਨੂੰ ਪਾਵਨ ਬਚਨ ਬਾਣੀ ਦੇ ਵਿੱਚ ਕਹੇ, ਕਹਿੰਦੇ ਨੇ ਮ੍ਰਿਗੇ ਪੇਖ ਗੋਪਾਲੈ, ਮ੍ਰਿਗੇ ਪਖੰਤ ਬਦਕ ਪ੍ਰਹਾਰੇ। ਬਦਕ ਕਹਿੰਦੇ ਨੇ ਸ਼ਿਕਾਰੀ। ਹਰਨੀ ਨੂੰ ਵੇਖ ਕੇ ਮਾਰਨ ਵਾਸਤੇ ਆਇਆ ਕਿ ਮ੍ਰਿਗੇ ਪਖੰਤ ਬਦਕ ਪ੍ਰਹਾਰਣ, ਲੱਖ ਆਵਦ ਹੈ ਬੜੇ ਯਤਨ ਕੀਤੇ। ਪਰ ਕਹਿੰਦੇ ਆਹੋ ਜਸ ਰਖੇਣ ਗੋਪਾਲੈ, ਨਾਨਕ ਰੋਮ ਨ ਛੇਦਿਅਤੇ। ਜਦੋਂ ਰੱਬ ਰੱਖਣ ਵਾਲਾ ਹੋਵੇ ਫਿਰ ਕੋਈ ਵਾਲ ਵਿੰਗਾ ਵੀ ਨਹੀਂ ਕਰ ਸਕਦਾ। ਔਰ ਨਾਲ ਹੀ ਅਗਲਾ ਪਤਾ ਗੁਰੂ ਸਾਹਿਬ ਨੇ ਉਚਾਰਨ ਕੀਤਾ, ਜਦੋਂ ਰੱਬ ਮਾਰਨ ਤੇ ਆਵੇ ਫਿਰ ਕੋਈ ਬਚਾ ਵੀ ਨਹੀਂ ਸਕਦਾ। ਭਾਈ ਜੀ ਜਦੋਂ ਰੱਬ ਰੱਖਣ ਤੇ ਆਵੇ ਕੋਈ ਮਾਰ ਨਹੀਂ ਸਕਦਾ, ਤੇ ਰੱਬ ਮਾਰਨ ਤੇ ਆ ਜਾਏ ਕੋਈ ਬਚਾ ਨਹੀਂ ਸਕਦਾ। ਕੋਈ ਬੜਾ ਵੱਡਾ ਸੂਰਬੀਰ ਯੋਧਾ ਹੋਵੇ, ਕੋਈ ਰਾਜਾ ਹੋਵੇ, ਬਲੀ ਹੋਵੇ, ਚਾਰ ਸਵੇਰੇ ਆਪਣੇ ਫੌਜ ਰੱਖ ਲੈ ਕਿ ਮੇਰੀ ਹਵਾ ਵੱਲੇ ਵੀ ਕੋਈ ਨਹੀਂ ਵੇਖ ਸਕਦਾ, ਮੈਨੂੰ ਮੌਤ ਕਿੱਥੋਂ ਆ ਜਾਣੀ ਹੈ, ਮੈਨੂੰ ਮਾਰਨ ਵਾਲਾ ਕਿਹੜਾ ਹੈ। ਔਰ ਸਤਿਗੁਰੂ ਜੀ ਨੇ ਉੱਥੇ ਉਦਾਹਰਣ ਦੇ ਕੇ ਸਮਝਾਇਆ, ਚਾਰ ਸਵੇਰੇ ਫੌਜ ਹੋਵੇ, ਕਿਤੇ ਉੱਚੇ ਥਾਂ ਤੇ ਰਵੇ, ਸਮੁੰਦਰ ਦੇ ਵਿੱਚ ਕਿਤੇ ਆਪਣਾ ਸ਼ੀਸ਼ ਮਹਿਲ ਬਣਾ ਲਵੇ, ਚਾਰ ਸਵੇਰੇ ਫੌਜ ਹੋਵੇ ਕਿ ਮੌਤ ਕਿੱਥੇ। ਪਰ ਸਤਿਗੁਰੂ ਜੀ ਕਹਿੰਦੇ ਨੇ ਇੰਨੀ ਤਾਕਤ ਵਾਲਾ, ਇੰਨੀ ਸਿਆਣਪ, ਇੰਨੀ ਚਤੁਰਤਾ ਕਿਸੇ ਕੋਲ ਹੋਵੇ ਨਾ, ਪਰ ਜਦੋਂ ਰੱਬ ਮਾਰਨ ਤੇ ਆਵੇ ਉਸੇ ਸ਼ੀਸ਼ ਮਹਿਲ ਵਿੱਚੋਂ ਕਿਤੇ ਨਾ ਕਿਤੇ ਕੋਈ ਕੀੜੀ ਨਿਕਲਦੀ ਛੋਟੀ ਹੈ ਤੇ ਕੀੜੀ। ਪਰ ਜਦੋਂ ਉਹ ਮਾਰਨ ਤੇ ਆਵੇ ਕੀੜੀ ਡੰਗ ਐਸਾ ਮਾਰਦੀ ਕਿ ਕੀੜੀ ਲੈ ਕੇ ਬੈਠ ਜਾਂਦੀ ਹੈ। ਜਦੋਂ ਉਹ ਮਾਰਨ ਤੇ ਆਵੇ ਬਚਾ ਕੋਈ ਨਹੀਂ ਸਕਦਾ। ਗੁਰੂ ਸਾਹਿਬ ਉੱਤੇ ਪਾਵਨ ਬਚਨ ਕਹੇ, ਕਹਿੰਦੇ ਬਹੁ ਯਤਨ ਕਰਤਾ ਬਲਵੰਤਕਾਰੀ। ਬਲ ਵਾਲਾ ਹੈ ਨਾ, ਤਾਕਤ ਵਾਲਾ, ਯਤਨ ਬੜੇ ਕਰਦਾ ਹੈ। ਬਹੁ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰ ਦਿਸੈ। ਕਹਿੰਦੇ ਨੇ ਬਿਖਮ ਥਾਨ ਬਸੰਤ ਉੱਚੈ, ਬੜੀ ਔਖੀ ਉੱਚੀ ਥਾਂ ਤੇ ਵਸਦਾ ਹੋਵੇ। ਬਿਖਮ ਥਾਨ ਬਸੰਤ ਉੱਚੈ, ਨਹਿ ਸਿਮਰੰਤ ਮਰਨ ਕਦਾਂ। ਚਾਹੇ ਮੌਤ ਨੂੰ ਤੇ ਭੁੱਲ ਹੀ ਗਿਆ ਹੋਵੇ, ਚੇਤੀ ਨਹੀਂ ਕਰਦਾ ਕਿ ਮੈਨੂੰ ਮੌਤ ਕਿੱਥੇ ਹੈ। ਉੱਥੇ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੇ ਸਾਸ ਅਕਰਖ ਤੇ। ਪਰ ਜਦੋਂ ਉਸ ਰੱਬ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਹੋਵੇ ਕਿ ਕੀੜੀ ਵੀ ਸਾਹ ਕੱਢ ਲੈਂਦੀ ਹੈ। ਭਾਈ ਜੀ ਜੇ ਉਹ ਰੱਖਣ ਵਾਲਾ ਡਾਢਾ ਹੈ ਨਾ, ਕਿ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ।
ਸਾਨੂੰ ਉਹਦੇ ਸਿਫਤ ਸਲਾਹ ਕਰਨੀ ਚਾਹੀਦੀ, ਪੰਚਾਇਤਾਂ ਵਾਲੇ ਪਾਸੇ ਨਹੀਂ ਪੈਣਾ ਚਾਹੀਦਾ। ਹੁਣ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਦਾ ਇਹ ਧੀਰਜ ਵੇਖ ਕੇ ਤੇ ਭੱਟਾਂ ਨੇ ਪਾਵਨ ਬਚਨ ਕਹੇ ਸਨ ਕਿ ਏਡਾ ਵੱਡਾ ਧੀਰਜ, ਏਡਾ ਹੌਸਲਾ ਤੇ ਰੱਬ ਵਿੱਚ ਹੀ ਹੋ ਸਕਦਾ ਹੈ। ਭੱਟ ਸਾਹਿਬ ਜੀ ਉੱਤੇ ਕਹਿੰਦੇ ਨੇ ਕਿ ਧਰਮ ਧੀਰ ਗੁਰਮਤਿ ਗੰਭੀਰ ਪਰ ਦੁੱਖ ਬਿਦਾਰਨ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੁਭਾਅ ਹੈ। ਉਹਨਾਂ ਨੇ ਧੀਰਜ ਨੂੰ ਆਪਣਾ ਧਰਮ ਬਣਾਇਆ ਹੈ। ਸਮਾਂ ਪਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਲੈ ਕੇ ਅੰਮ੍ਰਿਤਸਰ ਆਏ, ਜਿੱਥੇ ਗੁਰੂ ਕਾ ਮਹਿਲ, ਗੁਰੂ ਕਾ ਘਰ ਹੈ। ਹੁਣ ਇੱਥੇ ਸਤਿਗੁਰੂ ਜੀ ਆ ਕੇ ਰਹਿੰਦੇ ਨੇ। ਔਰ ਪ੍ਰਿਥਵੀ ਨੇ ਕੇਵਲ ਇੱਕ ਵਾਰੀ ਨਹੀਂ, ਜੇ ਭਾਈ ਸਾਹਿਬ ਨੇ ਕਿਹਾ ਸੀ ਦੁਬਾਰੇ ਵੀ ਯਤਨ ਕਰ ਸਕਦੇ ਨੇ, ਕਰੋ, ਕੁਝ ਕੀਤਾ। ਦੂਜੀ ਵਾਰੀ ਖਿਡਾਵੇ ਨੂੰ ਭੇਜਿਆ ਕਿ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਕਿਸੇ ਵੀ ਢੰਗ ਨਾਲ ਕਿਸੇ ਤੋਂ ਅੱਖ ਬਚਾ ਕੇ ਇਹ ਦਹੀਂ ਖਵਾ ਦੀ, ਕਿਤੇ ਬਚਣਾ ਨਹੀਂ ਚਾਹੀਦਾ। ਪਰ ਗੁਰੂ ਸਾਹਿਬ ਨੇ ਤਾਂ ਦਹੀਂ ਨਹੀਂ ਖਾਧਾ, ਖਿਡਾਵੇ ਦੇ ਢਿੱਡ 'ਚ ਪੀੜ ਐਸੀ ਉੱਠੀ। ਮਰਨ ਤੋਂ ਪਹਿਲਾਂ ਉਹ ਵੀ ਮੰਨ ਕੇ ਗਿਆ ਕਿ ਹੁਣ ਮਰਤੇ ਜਾਣਾ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਿਓ, ਹੁਣ ਬਖਸ਼ ਲਿਓ, ਤੁਹਾਡੇ ਭਰਾ ਨੇ ਭੇਜਿਆ ਸੀ। ਔਰ ਗੁਰੂ ਸਾਹਿਬ ਜੀ ਤੱਪੇ ਫਿਰ ਵੀ ਨਹੀਂ, ਕਿਉਂਕਿ ਭੱਟ ਸਾਹਿਬ ਜੀ ਕਹਿੰਦੇ ਨੇ ਦੇਖੋ ਜਿਹੜਾ ਇੰਨਾ ਬੁਰਾ ਕਰਨ ਵਾਲਾ ਹੈ, ਗੁਰੂ ਸਾਹਿਬ ਦੇ ਪੁੱਤਰ ਨੂੰ ਮਾਰਨ ਵਾਸਤੇ ਆਵੇ ਔਰ ਮਰਨ ਤੋਂ ਪਹਿਲਾਂ ਚਰਨ ਫੜ ਕੇ ਫਿਰ ਕਹੇ ਕਿ ਧੰਨ ਗੁਰੂ ਅਰਜਨ ਦੇਵ ਜੀ ਬਖਸ਼ ਦਿਓ। ਕਹਿੰਦੇ ਜਿਨ੍ਹਾਂ ਨੇ ਵੀ ਅੰਤ ਸਮੇਂ ਗੁਰੂ ਅਰਜਨ ਦੇਵ ਜੀ ਨੂੰ ਸਿਮਰਿਆ ਹੈ, ਉਹਨਾਂ ਦਾ ਜਨਮ ਮਰਨ ਕੱਟਿਆ ਗਿਆ ਹੈ। ਸਿਮਰ ਸੇਵਿਓ ਜਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਓ, ਗੁਰੂ ਨੇ ਜਨਮ ਮਰਨ ਉਹਨਾਂ ਦਾ ਵੀ ਕੱਟ ਦਿੱਤਾ। ਤੀਸਰੇ ਵਾਰੀ ਸੱਪ ਭੇਜਦਾ ਹੈ ਕਿ ਸੱਪ ਜ਼ਹਿਰੀਲਾ ਇੰਨਾ ਹੈ, ਡੰਗ ਮਾਰੇਗਾ ਮੌਤ ਹੋ ਜਾਏਗੀ। ਔਰ ਆਪ ਜੀ ਜਾਣਦੇ ਗੁਰੂ ਹਰਗੋਬਿੰਦ ਸਾਹਿਬ ਜੀ ਜਨਮ ਤੋਂ ਹੀ, ਬਚਪਨ ਤੋਂ ਹੀ ਸਰੀਰ ਭਾਰੀ ਸੀ। ਔਰ ਇਕੱਲਾ ਸਰੀਰ ਹੀ ਨਹੀਂ ਭਾਰੀ, ਭਾਈ ਸਾਹਿਬ ਜੀ ਕਹਿੰਦੇ ਨੇ ਗੁਰੂ ਵੀ ਭਾਰੀ ਸੀ। ਭਾਈ ਗੁਰਦਾਸ ਜੀ, 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰੂ ਭਾਰੀ। ਆਇਆ ਤੇ ਸੱਪ ਮਾਰਨ ਵਾਸਤੇ ਸੀ, ਪਰ ਸੱਪ ਨੂੰ ਇੰਨਾ ਘੁੱਟ ਕੇ ਹੱਥਾਂ ਵਿੱਚ ਫੜਿਆ ਕਿ ਸੱਪ ਮਾਰ ਦਿੱਤਾ। ਹੁਣ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੰਨੇ ਉਹਨਾਂ ਨੇ ਤੇਜ ਨੂੰ ਧਰਮ ਬਣਾਇਆ ਕਿ ਉੱਧਰੋਂ ਕਰਮੋਂ ਜਿਹੜੇ ਆ ਉਹਦੇ ਅੰਦਰ ਸੱਪ ਲਿਟਣ ਕਿ ਇਹ ਬਣਦਾ ਕੀ, ਇਹਨੇ ਯਤਨ ਕੀਤੇ, ਬਣਦਾ ਫਿਰ ਕੁਝ ਨਹੀਂ। ਹੁਣ ਇੰਨੇ ਵਿਚਾਰ ਬਣਾ ਲਏ ਕਿ ਹੋਰ ਜੇ ਕੁਝ ਨਹੀਂ ਕਰ ਸਕਦੇ ਤੇ ਗੁਰੂ ਅਰਜਨ ਦੇਵ ਜੀ ਮੈਂ ਇਹਨਾਂ ਦੀ ਬੇਇੱਜ਼ਤੀ ਕਰਨੀ, ਔਰ ਇੰਨੀ ਬੇਇੱਜ਼ਤੀ ਕਰਨੀ ਹੈ ਕਿ ਜਿੰਨੀ ਕਿਸੇ ਨੇ ਕੀਤੀ ਨਾ ਹੋਵੇ, ਕਿ ਮਾੜਾ ਜਿਹਾ ਕਿਤੇ ਬੋਲਣ ਤੇ ਸਹੀ, ਪਰ ਜਿਹੜੇ ਆਪ ਹੀ ਖਿਮਾ ਦੇ ਘਰ ਨੇ ਉਹਨਾਂ ਬੋਲਣਾ ਕਿੱਥੇ ਸੀ। ਧੰਨ ਗੁਰੂ ਅਰਜਨ ਦੇਵ ਜੀ ਗੁਰੂ ਕੇ ਮਹਿਲ ਆਪਣੇ ਘਰ ਤੋਂ ਜਦੋਂ ਆਸਾ ਕੀ ਵਾਰ ਦਾ ਕੀਰਤਨ ਹੋਣਾ ਹੈ, ਤਿਆਰ ਹੋ ਕੇ ਦਰਬਾਰ ਸਾਹਿਬ ਚੱਲੇ। ਔਰ ਕਰਮੋਂ ਨੇ ਉਸੇ ਗਲੀ ਦੇ ਵਿੱਚ ਚੁਬਾਰੇ ਤੋਂ ਵੇਖਿਆ ਕਿ ਗੁਰੂ ਅਰਜਨ ਦੇਵ ਜੀ ਜਾਂਦੇ ਨੇ। ਜਾਣ ਬੁੱਝ ਕੇ ਕੂੜਾ ਇਕੱਠਾ ਕੀਤਾ ਸੀ, ਉਹ ਗੁਰੂ ਸਾਹਿਬ ਦੇ ਸਿਰ ਦੇ ਵਿੱਚ ਸੁੱਟਿਆ। ਹੁਣ ਦਰਬਾਰ ਸਾਹਿਬ ਜਾਣਾ ਸੀ, ਕੂੜਾ ਇੰਨਾ ਸੀ, ਉਰੇ ਇੰਨਾ ਗੰਦਾ ਸੀ, ਕੱਪੜੇ ਸਾਰੇ ਗੰਦੇ ਹੋ ਗਏ। ਗੁਰੂ ਸਾਹਿਬ ਜੀ ਵਾਪਸ ਆਏ, ਕੱਪੜੇ ਸਾਰੇ ਲਾਏ, ਦੁਬਾਰੇ ਇਸ਼ਨਾਨ ਕੀਤਾ। ਔਰ ਜਦੋਂ ਦੁਬਾਰੇ ਗਏ, ਆਸਾ ਕੀ ਵਾਰ ਦਾ ਭੋਗ ਪਿਆ। ਭਾਈ ਗੁਰਦਾਸ ਜੀ ਨੇ ਪੁੱਛ ਲਿਆ ਕਿ ਸਤਿਗੁਰੂ ਜੀ ਅੱਜ ਇੰਨਾ ਸਮਾਂ ਕਿਉਂ, ਕਦੇ ਲੇਟ ਨਹੀਂ ਸਨ ਹੋਏ, ਭਾਵੇਂ ਤੋਂ ਘੜੀਆਂ ਨਹੀਂ ਸਨ, ਪਰ ਪਤਾ ਸੀ ਕਿ ਹੁਣ ਦਿਨ ਦਾ ਚੜਾ ਚੜ ਗਿਆ, ਆਸਾ ਕੀ ਵਾਰ ਸ਼ੁਰੂ ਹੋ ਗਈ, ਗੁਰੂ ਸਾਹਿਬ ਜੀ ਪਹੁੰਚਦੇ ਸਨ। ਔਰ ਸਤਿਗੁਰੂ ਜੀ ਨੇ ਉੱਥੇ ਦੱਸ ਦਿੱਤਾ ਕਿ ਕੂੜਾ ਸਿਰ 'ਚ ਡਿੱਗ ਗਿਆ। ਇਹ ਨਹੀਂ ਕਿਹਾ ਕਿ ਕਰਮੋਂ ਨੇ ਸੁੱਟਿਆ, ਕਿਸੇ ਨੇ ਸੁੱਟਿਆ ਉੱਤੋਂ ਡਿੱਗਿਆ। ਔਰ ਭਾਈ ਗੁਰਦਾਸ ਜੀ ਨੇ ਪਤਾ ਲਾ ਹੀ ਲਿਆ ਕਿ ਸੁੱਟਣ ਵਾਲੀ ਕਰਮੋਂ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰੂ ਜੀ ਤੁਹਾਡੇ ਸਿਰ 'ਚ ਕੂੜਾ, ਤੇ ਜਿਹਨੇ ਕੂੜਾ ਪਾਇਆ, ਕੂੜੇ ਪਾਉਣ ਵਾਲੇ ਦੇ ਹੱਥ ਕੋੜੇ ਕਿਉਂ ਨਾ ਹੋ ਗਏ, ਉਹਨੂੰ ਕੋੜ ਕਿਉਂ ਨਾ ਪੈ ਗਿਆ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਵੀ ਕਹਿੰਦੇ ਨੇ ਭਾਈ ਨਹੀਂ। ਭਾਈ ਜੀ, ਭਾਈ ਗੁਰਦਾਸ ਜੀ ਭਾਵੇਂ ਰਿਸ਼ਤੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲੱਗਦੇ ਨੇ, ਰਿਸ਼ਤੇਦਾਰੀ ਵਿੱਚੋਂ ਮਾਮਾ ਜੀ ਨੇ, ਪਰ ਭਾਈ ਜੀ ਕਹਿੰਦੇ ਹੁੰਦੇ ਸਨ ਕਿ ਭਾਈ ਜੀ ਮਾੜਾ ਨਹੀਂ ਬੋਲੀਦਾ, ਮਾੜਾ ਕਰਨ ਵਾਲੇ ਨੂੰ ਮਾੜਾ ਨਹੀਂ ਬੋਲੀਦਾ। ਕਿਉਂਕਿ ਬਾਬਾ ਫਰੀਦ ਜੀ ਨੇ ਪਾਵਨ ਬਚਨ ਕਹੇ ਨੇ, ਫਰੀਦਾ ਬੁਰੇ ਦਾ ਭਲਾ ਕਰ।
ਗੁੱਸਾ ਮਨ ਨਾ ਹਟਾਏ। ਤੇ ਇਹ ਬਚਨ ਐਵੇਂ ਕਹੇ ਨਹੀਂ, ਗੁਰੂ ਅਰਜਨ ਦੇਵ ਜੀ ਨੇ ਜੇ ਦਰਜ ਕੀਤੇ ਨੇ ਤੇ ਇਹਨਾਂ ਤੇ ਕਾਬੂ ਪਾਇਆ ਹੋਇਆ ਹੈ। ਗੁੱਸਾ ਨਹੀਂ ਕਰਨਾ ਭਾਈ ਜੀ, ਮਾੜਾ ਨਹੀਂ ਬੋਲਣਾ। ਤੇ ਭਾਈ ਜੀ ਕਹਿੰਦੇ ਨੇ ਸਤਿਗੁਰੂ ਜੀ ਜੇ ਕੋਈ ਇੰਨਾ ਮਾੜਾ ਇੰਨਾ ਵੈਰ ਕੱਢੇ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਰੱਬ ਤੇ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਮਾੜਾ ਕਰਨ ਵਾਲੇ ਨੂੰ ਫਿਰ ਰੱਬ ਵੇਖਦਾ ਹੈ। ਸਤਿਗੁਰੂ ਜੀ ਦੇ ਪਾਵਨ ਬਚਨ ਨੇ ਬਾਣੀ ਦੇ ਵਿੱਚ ਕਿ ਨਿਰਵੈਰੇ ਨਾਲ ਜੇ ਵੈਰ ਰਚਾਏਂਦਾ, ਆਪਣੇ ਘਰ ਲੁਕੇ ਲਾਏ। ਉਹ ਆਪਣੇ ਘਰ ਨੂੰ ਆਪ ਲੁੱਤੇ ਆਪ ਅੱਗ ਲਾਉਂਦਾ ਮਾੜਾ ਕਰਨ ਵਾਲਾ, ਜੇ ਕਿਸੇ ਨਿਰਵੈਰ ਨਾਲ ਵੀ ਵੈਰ ਰਚਦਾ ਹੈ। ਔਰ ਇਵੇਂ ਦੇ ਲੋਕਾਂ ਤੋਂ ਬਾਬਾ ਕਬੀਰ ਜੀ ਤੇ ਕਹਿੰਦੇ ਸੀ ਦੂਰੋਂ ਹੋ ਕੇ ਲੰਘ ਜਾਣਾ ਚਾਹੀਦਾ, ਭੱਜ ਜਾਣਾ ਚਾਹੀਦਾ ਹੈ। ਜਿਹਨੂੰ ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਸਾਖਤ ਸੰਗ ਨ ਕੀਜੀਐ, ਦੂਰੋਂ ਜਾਈਐ ਭਾਗ। ਤੇ ਜੇ ਪੁੱਛਿਆ ਭਜਣਾ ਕਿਉਂ ਹੈ, ਕਹਿੰਦੇ ਉਹ ਇਵੇਂ ਦੇ ਹੁੰਦੇ ਨੇ ਜਿਵੇਂ ਕਾਲੇ ਬਰਤਨ ਪਏ ਹੋਣ, ਬੰਦਾ ਕੁਝ ਵੀ ਨਾ ਕਰੇ ਤੇ ਕਾਲੇ ਬਰਤਨਾਂ ਵਾਲੇ ਸਟੋਰ ਦੇ ਵਿੱਚੋਂ ਜਾ ਕੇ ਵਾਪਸ ਆ ਜਾਏ, ਕਿਤੇ ਨਾ ਕਿਤੇ ਦਾਗ ਲੱਗ ਹੀ ਜਾਂਦਾ ਹੈ। ਇਹਨਾਂ ਦੀ ਨਿੰਦਿਆ ਕਰਨ ਨਾਲੋਂ, ਇਹਨਾਂ ਦੇ ਨਾਲੋਂ ਖੱਪਣ ਨਾਲੋਂ ਚੰਗਾ ਇਹਨਾਂ ਤੋਂ ਦੂਰ ਹੋ ਕੇ ਭੱਜ ਜਾਓ। ਕਬੀਰ ਸਾਖਤ ਸੰਗ ਨ ਕੀਜੀਐ, ਦੂਰੋਂ ਜਾਈਐ ਭਾਗ। ਉੱਥੇ ਕਹਿੰਦੇ ਨੇ ਬਰਤਨ ਕਾਰੂ ਪਰਸੀਐ, ਤੋਂ ਕਿਛ ਲਾਗੈ ਦਾਗ। ਸਤਿਗੁਰੂ ਕਹਿੰਦੇ ਨੇ ਭਾਈ ਜੀ ਇਹਨਾਂ ਨੂੰ ਮਾੜਾ ਨਾ ਬੋਲੋ। ਉੱਥੇ ਗੁਰੂ ਸਾਹਿਬ ਜੀ ਫਿਰ ਵੀ ਕਿਰਪਾ ਦੇ ਘਰ ਵਿੱਚ ਆਉਂਦੇ ਨੇ, ਕਿਉਂਕਿ ਧੀਰਜ ਨੂੰ ਉਹਨਾਂ ਨੇ ਆਪਣਾ ਧਰਮ ਬਣਾਇਆ ਹੈ। ਪਰ ਭਾਈ ਗੁਰਦਾਸ ਜੀ ਨੇ ਜਿਹੜੇ ਬੋਲ ਕਹਿ ਦਿੱਤੇ, ਹੁਣ ਗੁਰੂ ਦਾ ਸਿੱਖ ਹੋਵੇ ਤੇ ਗੁਰੂ ਕੇ ਸਿੱਖ ਤੇ ਕਹਿਆ ਹੋਇਆ ਤੇ ਰੱਬ ਦੇ ਘਰ ਤੱਕ ਵੀ ਚੱਲਦਾ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਜਾਂ ਕਾ ਕਹਿਆ ਦਰਗਾਹ ਚ ਜਾਏ। ਭਾਈ ਸਾਹਿਬ ਨੇ ਬੋਲ ਗਏ, ਦੂਜੇ ਦਿਨ ਕਰਮੋਂ ਨੂੰ ਤਈਏ ਦਾ ਬੁਖਾਰ ਚੜਿਆ, ਤਈਆ ਤਾਂ ਔਰ ਐਸਾ ਬੁਖਾਰ ਚੜਿਆ ਕਿ ਹੱਥਾਂ ਦੇ ਉੱਤੇ ਛੋਟੇ ਛੋਟੇ ਫੋੜੇ ਹੋ ਗਏ। ਬਸ ਉਹ ਫੋੜੇ ਵੀ ਕੋੜ ਵਰਗੇ ਸਨ, ਕੋੜ ਹੀ ਹੋ ਗਏ ਇੱਕ ਕਿਸਮ ਦਾ ਕੋੜ। ਭਾਈ ਸਾਹਿਬ ਨੇ ਵਚਨ ਵਰਤਿਆ ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਧੀਰਜ ਨੂੰ ਆਪਣਾ ਧਰਮ ਐਸਾ ਬਣਾਇਆ, ਫਿਰ ਵੀ ਦਇਆ ਦੇ ਘਰ ਵਿੱਚ ਆਏ। ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਦਾ ਯਤਨ ਕਰਦੇ ਨੇ ਔਰ ਧੰਨ ਗੁਰੂ ਅਰਜਨ ਦੇਵ ਜੀ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਕਹਿੰਦੇ ਨੇ, ਗੰਗਾ ਜੀ ਜਾਓ, ਭਰਜਾਈ ਹੈ ਕਰਮੋਂ, ਤੁਹਾਡੀ ਜਠਾਣੀ ਹੈ, ਬਿਮਾਰ ਹੋ ਗਈ ਹੈ। ਔਰ ਉਦੋਂ ਮਾਤਾ ਗੰਗਾ ਜੀ ਨੇ ਕਿਹਾ ਵੀ ਕਿ ਅਸੀਂ ਉਹਨਾਂ ਤੋਂ ਲੈਣਾ ਕਿ ਜਿਹੜੇ ਸਾਡੇ ਪੁੱਤਰ ਨੂੰ ਮਾਰਨ ਦੇ ਤੁਲੇ ਨੇ। ਪਰ ਸਤਿਗੁਰੂ ਜੀ ਫਿਰ ਵੀ, ਕਿਉਂਕਿ ਸਭ ਦਾ ਭਲਾ ਮਨਾਉਂਦਾ ਨਾ ਗੁਰੂ, ਮਾਤਾ ਗੰਗਾ ਜੀ ਨੂੰ ਭੇਜਦੇ ਨੇ, ਜਾਓ ਕਿ ਕਰਮਾਂ ਨੂੰ ਲੈ ਕੇ ਜਾਓ, ਹਰ ਕੇ ਪੌੜੀ ਤੇ ਜਾ ਕੇ ਇਸ਼ਨਾਨ ਕਰਾਓ, ਭਲਾ ਹੋ ਜਾਏਗਾ। ਮਾਤਾ ਗੰਗਾ ਜੀ ਗਏ, ਹਰ ਕੇ ਪੌੜੀ ਤੇ ਜਾ ਕੇ ਇਸ਼ਨਾਨ ਕਰਾਇਆ। ਸਮਾਂ ਪਿਆ, ਕੁਝ ਦਿਨਾਂ ਦੇ ਵਿੱਚ ਉਹਦਾ ਕੋੜ ਦੂਰ ਵੀ ਹੋਇਆ। ਔਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਦੀ ਹੁਕਮਾਂ ਵਿੱਚ ਭੱਟ ਸਾਹਿਬ ਜੀ ਪਾਵਨ ਬਚਨ ਫਿਰ ਤਾਂ ਹੀ ਕਹਿੰਦੇ ਨੇ ਕਿ ਭਣ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਕਿਉਂਕਿ ਇੰਨੀ ਨਿਮਰਤਾ ਤੇ ਇੰਨੀ ਦਇਆ ਤੇ ਰੱਬ ਵਿੱਚ ਹੋ ਸਕਦੀ ਹੈ। ਤੇ ਜੇ ਰੱਬ ਦੇ ਨਾਂ ਲੋਕਾਂ ਨੇ ਬੜੇ ਪਾਏ, ਕਿਸੇ ਨੇ ਬਿਠਲ ਕਿਹਾ, ਕਿਸੇ ਨੇ ਅੱਲਾ ਕਿਹਾ, ਕਿਸੇ ਨੂੰ ਖੁਦਾ ਕਿਹਾ, ਤੇ ਭੱਟ ਸਾਹਿਬ ਜੀ ਕਹਿੰਦੇ ਨੇ ਰੱਬ ਦਾ ਇੱਕ ਨਾਂ ਅੱਜ ਹੋਰ ਪੈ ਗਿਆ ਹੈ ਤੇ ਉਹ ਨਾਂ ਹੈ ਧੰਨ ਗੁਰੂ ਅਰਜਨ ਦੇਵ ਜੀ। ਉਹ ਆਪ ਪ੍ਰਤੱਖ ਹਰ ਨੇ, ਪਰਮੇਸ਼ਰ ਨੇ। ਔਰ ਤਾਂ ਹੀ ਭੱਟ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਇੰਨਾ ਪਰਉਪਕਾਰੀ ਹੋਵੇ, ਫਿਰ ਉਸ ਗੁਰੂ ਅਰਜਨ ਦੇਵ ਜੀ ਨੂੰ ਜੇ ਕੋਈ ਇੱਕ ਵਾਰੀ ਜਪ ਲਵੇ ਕਿ ਤਤ ਵਿਚਾਰ ਯਹ ਮਥਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭੜਾ ਆਇਓ। ਔਰ ਇਹ ਸੰਕਟ ਜੋਨ ਗਰਭੜਾ ਆਇਓ ਇਤਿਹਾਸ ਦੇ ਵਿੱਚ ਗੁਰੂ ਸਾਹਿਬ ਜੀ ਨੇ ਇਹ ਸਾਰੇ ਬਚਨ ਕਰਕੇ ਵਿਖਾਏ ਨੇ। ਖੈਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਨੂੰ ਤਪਾਉਣ ਦਾ ਯਤਨ ਕੀਤਾ। ਪ੍ਰਿਥੀ ਨੇ ਜਦੋਂ ਚਾਰਾ ਨਹੀਂ ਚੱਲਿਆ, ਫਿਰ ਮਾਰਨ ਦਾ ਯਤਨ ਵੀ ਕੀਤਾ। ਔਰ ਆਪ ਜੀ ਜਾਣਦੇ ਹੋ ਕਿ ਪ੍ਰਿਥੀਆ ਸੂਲੇ ਖਾਨ ਦੇ ਨਾਲ ਮਿੱਤਰਤਾ ਸੀ।
और सूले खान दिल्ली जाके मिलता है कि जे मेरा मित्र है एडा वड्डा तेरे को रुतबा है, वो गुरता गद्दी जी भरा लैके बैठ गया तो मेरे को किसी भी तरह गुरता गद्दी मेरे को होनी चाहिए है। उनके वास्ते भावें कुछ भी करना पे, भरा मारना भी पे, पर गुरता गद्दी मेरे को होनी चाहिए है। और सूले खान दिल्ली तो चढ़ के आया भी सी, और जो सिखा को पता लग्या कि फौज लैके आ गया है, धन गुरु अर्जन देव जी ने पावन बचन बाणी च कहे हैं कि सिखा ने आके बेनती की, सतगुरु जी सूले खान को चिट्ठी लिख के भेज दी कि इधरों लैन की आंदा सी, उनका बिगाड़िया की है, वैसे तो कुछ गलत नहीं किया, चढ़ाई करके आया क्यों है। तो जो सतगुरु जी कहते हैं चिट्ठी भेजन की लोड़ नहीं, सिखा ने बेनती की, सतगुरु 2 बंदे वैसे ही भेज दो, जाके उनके नाल गलबात ही कर लें। धन गुरु अर्जन देव जी कहते हैं बंदे घलन की भी लोड़ नहीं। तो फिर सतगुरु जी तीसरी गल कही, कोई उपाय तो करो। और धन गुरु अर्जन देव जी ने पावन वचन कहे ने, कहते पृथ्वी मता पहलो सब तो मता साडे कोल ये आया, सलाह ये आई, प्रथमे मता जे पत्री चढ़ाओ, द्वितीय मता 2 मनुख पहचाओ, कहते तृतीय मता कछ करो उपाया। तो फिर उपाया के किया, धन गुरु अर्जन देव जी कहते हैं मैं सब कुछ छाड़ प्रभु तू ही ते आया, क्योंकि जिंदा साहिब डाला मारने वाला फिर कोई नहीं। और वो सूले खा आया, आके पृथ्वी के घर जो शाम रुकता है, और पृथ्वी बड़ी हवा के विखाउण गया कि देख इन्ने पट्ठे चलते हैं, इन्ने आवे बने ने, विखाउण गया है। और आविया का सेक इन्ना ज़्यादा से कि घोड़ा एकदम तरप गया, ऐसा तरप क्या डरिया कि आवे दे विच सने घोड़े सूले खां उत्ते मर गया, सड़ गया। और मुसलमानों के विच किसी को मरण तो बाद भी साड़िया जाए, संस्कार किया जाए, वो समझते हैं ना पाप हो गया। और धन गुरु अर्जन देव जी कहते हैं ये जड़ा चढ़ाई करके आया से तो मरे ही ना पाप हो गए, जिਉਂਦੇ सड़ के मर गया। और ताई सतगुरु जी ने पावन बचन बाणी दे विच लिखे ना जी कि सुलहे ते नारायण राख, सुलहे का हाथ कहीं ना पहुँचे, सुलहे होए मुआ ना पाक, वो तो मरिया ही ना पाप हो गए। हुण सूले खां तो जो चारा नहीं चलिया, फिर अगे गुरु साहब जी के शहीदी के जोड़े कारण बनते हैं कि देखो चंदू ने अकबर बादशाह के कोल बड़ियां जाके शिकायत लाइया, और ये शायद इन्ने को ये जोड़ा इतिहास है बहुत घट सुनिया सुनाया जाता है। इन्ना तो कहा जाता है कि जहांगीर के कोल शिकायत कीतियां, पर हकीकत है कि शिकायत पहलों अकबर बादशाह के कोल गई। और चंदू शिकायत करता क्यों सी, ये भी आप जी जानते हो कि चंदू ने जो ब्राह्मण को भेजा कि धी का रिश्ता करना किते करके आओ, चंदू की धी का रिश्ता धन गुरु अर्जन देव जी के साहिबजादे धन गुरु हरकृष्ण गुरु हरगोबिंद साहब को करके चले गए। और जो जाके दसिया किसी बड़े बड़े घर के नाल रिश्ता करके आए तो पूछा किहड़ा घर, कहते गुरु अर्जन देव जी का। और हंकार दे विच आके कहा कि कर रहे हो, चबारे के मोटे जाके इट मूरी में फिट कर आए। जो लाहौर दी सिख संगतां ने सुनिया कि एडे वड्डे हंकार दे एडे वड्डे बोल चंदू कह रहे हैं, गुरु के सिखा ने लाहौर दी संगतां ने केवल चिट्ठी लिख के भेजी कि सतगुरु जी इस हंकारी का रिश्ता नहीं लैना, सानू पता लग्या कि तुसीं चंदू के कुड़म बनन लगे हो, पर यह हंकारी है, गुरु घर के नाल ईर्खा करने वाला, इनका रिश्ता लेना नहीं। और धन गुरु अर्जन देव जी ने सिखा की बेनती को प्रवान भी किया, रिश्ता वापस मोड़ दिता। और नाल ये कहा कि चंदू देख तेरी धी विच कमी कोई नहीं, तेरी धी साडी धी है। और बड़ा बड़ा उपदेश सी कि धीआं पैड़ा सारियां दे सांझियां ने, पर जे रिश्ता मोड़िया है तो केवल तेरी आकड़ ते हंकार करके। बस इतों वो जिहड़ी ईर्खा करता सी, ये चंदू ने कई बार शिकायत लाइया अकबर बादशाह के कोल, पर इनकी पेश गई नहीं, क्योंकि अकबर धन गुरु अमरदास महाराज जी के चरणों में आ चुकिया सी, उन्होंने प्रतख करामात तो वेख चुकिया सी।
पर इन्हें शिकायतां लाइयां। इन्हें अपने नाल शेख फरीद जिहड़ा बुखारी है, ये जिहड़ा सरवरी का बड़ा वड्डा पुजारी, मुसलमान जिहड़े सरवरीए ने ये वड्डा औलिया करके जानते सन। और इनके कन्नां विच भी खबरां पईयां सन कि धन गुरु अर्जन देव जी के सिख बनते जाते हैं, जिहड़े सरवरीए ने वो भी सिख बनते जाते हैं, क्योंकि भाई मंझ सरवरी का पुजारी सी ना। और गुरु साहब के चरणों में आया तो सतगुरु जी कहते हैं भाई सिक्खी तो सिक्खी नहीं टिकती, जे सिक्खी चाहिए फिर वो कबरां जाके सुट बाहर। भाई मंझ 12 पिंडां का चौधरी सी कि वो चौधर भी गई, लोगों ने मेलजोल भी बंद किया पर उन्हें सिक्खी धारण की। हुण ये शेख फरीद जिहड़ा बुखारी, इनके कन्नां विच ये भी गल्लां सन कि साडे सरवरियां नूं ये अपना सिख बनाउंदे ने। चंदू भी मिलिया और इन्हां ने फिर शिकायत की अकबर बादशाह के कोल ही कि गुरु अर्जन देव जी ने कोई ग्रंथ लिखिया है। उस ग्रंथ में चंदू कहता कि साडे बारे तो बड़ा कुछ लिखिया है, साडे तीर्थों का खंडन किया, पूजा का खंडन किया, उन्हें तुहाडे बारे भी बड़ा गलत लिखिया, मुसलमानों के बारे में बड़ा कुछ गलत लिखिया है। और जदों ये गल कही अकबर बादशाह ने, क्योंकि बादशाह शिकायत फिर सुननी भी पैंदी है, उधरों जिहड़ा शेख फरीद बुखारी सी उन्होंने धर्म की दुनिया में इन्हूं बड़ा वड्डा मन्निया जाता सी। ये शिकायत गई गुरु कहते जदों अकबर दिल्ली तो चल के लाहौर में आउंदा सी, गोविंदवाल साहब आके रुक गया, चंदू नाल है, धन गुरु अर्जन देव जी के कोल आए तो आके कह दिता कि तुहाडी शिकायत आई है कि तुसीं कोई ग्रंथ साहब जी लिखिया है, वो सानूं को पढ़ के सुनाओ। हुण उन्हां ते कहना सी पढ़ के सुनाओ। धन गुरु अर्जन देव महाराज जी ने बाबा बुढ़ा साहब जी नूं कहा जे पहला हुक्मनामा उन्हां लिया सी, क्योंकि जिन्हां सिखां नूं अज भी भरोसा, देखो कोई कार्य करते हैं पहलों गुरु का हुक्म लैके जाते हैं, क्योंकि धन गुरु ग्रंथ साहब जी तो अज भी बोलते हैं ना जी। और किवें किवें बोलते हैं हुक्मनामे इतिहास ने बड़े दर्ज किए हैं जो उस पासे नहीं कर जाना। हुण बाबा बुढ़ा साहब जी ने प्रकाश किया तो प्रकाश करके जो हुक्मनामा लेंदे ने, मारू राग दे विच धन गुरु अर्जन देव महाराज जी का उत्थे हुक्मनामा आया कि उन्होंने जो कुछ लिखिया सी कि ये कहते ने इहदे विच बड़ा कुछ लिखिया है, पर गुरु अर्जन देव जी का पावन हुक्म मारू महला पंजवां, अल्लाह अगम खुदाई बंदे छोड़ ख्याल दुनिया के धंधे। और बाबा बुढ़ा साहब जी पढ़ते हैं होए पै खाक फकीर मुसाफिर यह दरवेश कबूल दरा, क्योंकि फारसी के बोल और अकबर के बड़ी समझ में सीधे सदे आए कि इहदे च ते खुदा की सिफत की, खुदा के बंदे की सिफत की, बंदगी करने वाले नूं दरवेश किया गया है, माड़ा की है। और चंदू कहता मैं जान बुझ के हुक्मनामा इथों कढ़िया है, होर कितों पढ़ के देखो। और अकबर ने फिर कहा कि थोड़े जे अंग उन्होंने भावें पत्रे पेज कुछ शब्द वरते होंगे कि थोड़े जे अंग अगे कढ़ के अगों पढ़ो। और बाबा बुढ़ा साहब जी ने अगे अंग कुछ किए, पर भाती राग दे विचों बाबा कबीर जी की बाणी का हुक्म आया कि अवल अल्लाह नूर उपाया कुदरत के सब बंदे, एक नूर ते सब जग उपजया कौन भले को मंदे। अकबर ने कह दिता कि पा दो रुमाला साहब। चंदू शेख बुखारी को कहते हैं कि झूठिया शिकायत लैके आ गई, इहदे तो सिर्फ सिफत की रब की ते रब की बंदगी करने वाले उनके बंदियां की, इहदे च माड़ा किसी को नहीं कहा। खैर हुण चंदू नूं शेख फरीद बुखारी नूं इन्हां नूं एक गल तो समझ लग गई सी कि अकबर के कोल साडी पेश जानी नहीं, पर वो चाहते सन कि किसी भी तरह धन गुरु अर्जन देव जी नूं अपनी ईन मनाउणी है जां बदला लेना है। हुण उन्होंने ये आपस में मिले कि किसी तरह अकबर बादशाह जिहड़ा ये गद्दी ते ना रहे, तो बादशाह कोई ऐसा होवे जिहड़ा साडे कहने मुताबिक भी चले। हुण इहदे वास्ते कीता की जाए।
शेख बुखारी दिल्ली गया, जाके अकबर ਨੂੰ ਮਿਲਿਆ और अकबर एक फकीर होने करके उनका सत्कार करता सी। और इस फरीद बुखारी ने जाके अकबर ਨੂੰ कहा कि एक बंदा नौकरी ते लगाना है, कला नौकरी ते नहीं लगाना, उन्होंने कोई वड्डा अहुदा दे कि मेरा खास बंदा है और बड़ा समझदार है। और अकबर ने भी कह दिता कि मंत्री का अहुदा दिता जाएगा। और वो जिहड़ा ने बंदा लवाया, जिंदा नाम बाद विच मुर्तजा खान आया, अहमद सरहंदी भी कहा गया बाद विच, अहमद सरहंदी नूं उत्थे लवा दिता अकबर दे उस दरबार दे विच रहिंदा है, मंत्री दा अहुदा है। हुण इहने की कीता, हौली हौली जिहड़े रसोईए सन वो सारे बदल दिते, अपनी मर्जी दे लवाए। और रसोईया हदायत की कि जिहड़ा अकबर नूं खाना देना उहदे विच मिठा जहर देना है कि एकदम पता भी ना लगे, सीधी मौत भी ना होवे। और जहर ऐसा सी कि हौली हौली फेफड़े खराब हो गए, ये बीमार रहना शुरू हो गया। हुण ये जिहड़ा शेख फरीद बुखारी है, ये जाके अकबर दे जिहड़ा सब तो छोटा हुंदा साहिबजादा, उन्होंने शहजादा कहते सन, असल में उनका नाम सलीम है, जिहड़ा बाद विच जहांगीर बनया। ये बड़ा ही नशई और ये कह ले कि तिन्नां दे विचों सब तो निकम्मा सी। इहनूं पता सी कि मेरे प्यो ने तो ये तख्त ये गद्दी मैनूं देनी कोई नहीं, पर इन्हां ने कहा कि तख्त तैनूं मिल सकता है, पर काम तैनूं ये करना पेगा, जो असीं कहांगे साडे मुताबिक साडा काम जरूर करना पैना है। और अज भी कुछ हुंदा है कि आप गद्दी तो उस अयोग बंदे नूं बिठा देना जिन्हों कख पता नहीं, तो बिठाउणा इस करके है कि लोग कहते कि ये किसी मंत्री का या प्रधानमंत्री का हुक्म है, पर हुक्म कितों बाहर हुंदा होवे कि काम साडे मुताबिक होवे, करना तू है। और जहांगीर उत्थे मन भी गया कि ये बादशाह मैनू तो उम्मीद ही नहीं मेरे को किसी तरह आवे, जे आ जाए तो काम करन नूं मैनू कोई उत्थे बिगाड़ है। असल में ये फिर जो मन्निया कि जो कहोगे मैं करने लिए तैयार हाँ, कहते उदों मुतरजा खान ने रात को अपने रसोईया कह के अकबर बादशाह के खाने में फिर पूरा जिहड़ा जहर है वो दे दिता कि अज रात अकबर की जिहड़ी मौत हो गई। हुण देखो अकबर की मौत 27 नवंबर 1605 नूं होंदी है। जहांगीर अगले दिन 28 नवंबर नूं तख्त ते बैठता है, तो 6 महीने 23 दिन निकले ने जदों धन गुरु अर्जन देव जी की शहादत हो जाती है। इसका मतलब कला जहांगीर नहीं, जहांगीर तो केवल एक सैन करने वाली मूर सी, ये तैयार तो सब कुछ पहलू किया गया सी। चंदू ने इन्हां ने शेख फकीर बुखारी जिहड़े सारिਆਂ ने शिकायतां कीतियां, और जिहड़ा अहमद सरहंदी है हुण समा पाकू भी लाहौर का सूबेदार बन गया। अहमद सरहंदी ने आप ही धन गुरु अर्जन देव महाराज जी दी शिकायतां लैणियां, आप ही धन गुरु अर्जन देव जी दी शिकायतां लै के अपने कोल रखी जानियां। और समा आया, इन्हें कह दिता कि वो धन गुरु अर्जन देव जी ने सुनेहा भेजिया, तुहानूं बुलाया गया है। और धन गुरु अर्जन देव जी जानते सन कि हुण जाना है, पर शरीर करके वापस नहीं आना। जान तो पहलों 11 कुछ साल की उम्र है धन गुरु हरगोबिंद साहब जी की, कि गुरता गद्दी का गुरु साहब जी हुक्म करके कि बाबा बुढ़ा साहब जी इन्हां नूं गुरु गद्दी ते बिठाउणा है। और भाई साहब जी बाबा बुढ़ा साहब जी कहते हैं कि सतगुरु जी लाहौर ही चले हो, वापस आ ही जाना है। और धन गुरु अर्जन देव जी बिल्कुल स्पष्ट कह के सन भाई वापस नहीं आना। उत्थे जहांगीर भी आया और जहांगीर ने अपना हुक्म सुना दिता, कहते तुहाडे सामने 3 शर्तां ने, कोई अपील नहीं, कोई दलील नहीं, तिन्नां विचों एक भी मन लो, 2 ने मनण वालियां ते तीसरी है मनाउण वाली। पहली शर्त की सी कि तुसीं ग्रंथ लिखिया है
ਉਹਨਾਂ ਸ਼ਬਦ ਹੀ ਵਰਤਿਆ, ਗ੍ਰੰਥ ਲਿਖਿਆ ਹੈ। ਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਮਰਜ਼ੀ ਦੇ ਉਹਦੇ ਵਿੱਚ ਜ਼ਿਆਦਾ ਨਹੀਂ ਤੇ ਇੱਕ ਦੋ ਕੋਈ ਸ਼ਬਦ ਪਾ ਦਿਓ। ਸਾਡੇ ਕੋਲ ਵਿਦਵਾਨ ਬੜੇ ਨੇ, ਔਰ ਪੀਨੂ ਕਾਲੂ ਹੁਸੈਨ ਵਰਗੇ ਆਏ ਵੀ ਸਨ ਕਿ ਸਾਡੇ ਸ਼ਬਦ ਲਿਖੋ। ਅਸਲ ਵਿੱਚ ਸਾਰੇ ਕਾਰਨ ਹੀ ਸਨ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਹਾਂਗੀਰ ਤੇ ਹੋ ਹੀ ਨਹੀਂ ਸਕਦਾ, ਕਿਉਂਕਿ ਉਹ ਗ੍ਰੰਥ ਸਾਹਿਬ ਸਾਡਾ ਨਹੀਂ, ਉਹ ਬਾਣੀ ਸਾਡੀ ਨਹੀਂ। ਔਰ ਜਹਾਂਗੀਰ ਕਹਿੰਦਾ ਕਿਵੇਂ ਹੋ ਸਕਦਾ, ਲਿਖਿਆ ਤੁਸੀਂ ਤੇ ਬਾਣੀ ਤੁਹਾਡੀ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਉੱਤੇ ਤੁਰ ਕੇ ਬਾਣੀ ਆਈ, ਜਿਨ ਸਗਲੇ ਚਿੰਤ ਮਿਟਾਈ। ਉਹ ਬਾਣੀ ਤੁਰਦੀ ਹੈ, ਸਾਡੀ ਨਹੀਂ। ਉਹ ਬਾਣੀ ਤੇ ਉਹ ਹੈ ਜਿਹਨੂੰ ਧੰਨ ਗੁਰੂ ਨਾਨਕ ਦੇਵ ਜੀ ਕਹਿ ਕੇ ਗਏ ਨੇ ਕਿ ਹੋ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜਿਓ। ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਹਾਡਾ ਤੇ ਇੱਕ ਬੋਲ ਲਿਖਿਆ ਹੀ ਨਹੀਂ ਜਾ ਸਕਦਾ, ਇਹ ਤੇ ਹੋ ਹੀ ਨਹੀਂ ਸਕਦਾ। ਦੂਜੀ ਸ਼ਰਤ ਦੱਸ, ਤੇ ਦੂਜੀ ਸ਼ਰਤ ਇਹ ਸੀ ਕਿ ਚੰਦੂ ਦੀ ਧੀ ਆਪਣੇ, ਤੁਸੀਂ ਪੁੱਤਰ ਦਾ ਰਿਸ਼ਤਾ ਤੁਹਾਡਾ ਹੋਇਆ ਸੀ, ਤੁਸੀਂ ਮੋੜ ਦਿੱਤਾ। ਅਸੀਂ ਕਹਿੰਦੇ ਜੇ ਇਹ ਨਹੀਂ ਤੇ ਚੰਦੂ ਦੀ ਧੀ ਦਾ ਰਿਸ਼ਤਾ ਆਪਣੇ ਪੁੱਤਰ ਵਾਸਤੇ ਹਜੇ ਵੀ ਸਵੀਕਾਰ ਕਰ। ਔਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹ ਸਾਡੀਆਂ ਸਿੱਖ ਸੰਗਤਾਂ ਦਾ ਬੇਨਤੀ ਨਹੀਂ, ਸੰਗਤਾਂ ਦਾ ਹੁਕਮ ਹੈ। ਇਹ ਤਾਂ ਹੋ ਹੀ ਨਹੀਂ ਸਕਦਾ, ਸੰਗਤਾਂ ਨੇ ਮੋੜਿਆ ਹੈ, ਇਹ ਨਹੀਂ ਹੋ ਸਕਦਾ। ਤੀਸਰਾ ਸੀ ਕਿ ਜੇ ਨਹੀਂ ਤਾਂ ਫਿਰ 1 ਲੱਖ ਰੁਪਈਆ ਟੈਕਸ ਭਰੋ। ਔਰ ਉਹਨਾਂ ਦਿਨਾਂ ਦੇ ਵਿੱਚ 1 ਲੱਖ ਕੀਮਤ ਬੜੀ ਵੱਡੀ ਸੀ ਕਿ ਤੁਸੀਂ ਦੇਖੋ ਤਰਨ ਤਾਰਨ ਸਾਹਿਬ ਐਡਾ ਵੱਡਾ ਨਗਰ ਵਸਾਇਆ, ਅੰਮ੍ਰਿਤਸਰ ਤੁਸੀਂ ਵਸਾ ਦਿੱਤਾ। ਇੰਨੀਆਂ ਸੰਗਤਾਂ ਦਾ ਚੜਾਵਾ ਤੁਹਾਡੇ ਕੋਲ ਹੁੰਦਾ, ਤੁਹਾਡੀ ਤਾਂ ਇਨਕਮ ਬੜੀ ਹੈ। ਲੱਖ ਰੁਪਇਆ ਟੈਕਸ ਤੇ ਤੁਹਾਨੂੰ ਹਰ ਸਾਲ ਦਾ ਹੀ ਦੇਣਾ ਚਾਹੀਦਾ ਹੈ। ਔਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇ ਕਿਰਪਾ ਕੀਤੀ, ਕਹਿੰਦੇ ਇਹ ਟੈਕਸ ਇਹ ਕਿਉਂਕਿ ਗੁਰੂ ਕੇ ਸਿੱਖ ਸੰਗਤਾਂ ਦੇ ਦਸਾਂ ਨੌਹਾਂ ਦੇ ਉਹਨਾਂ ਦੇ ਹੱਕ ਦੇ ਖੂਨ ਪਸੀਨੇ ਦੀ ਕਮਾਈ ਦਾ ਹੈ। ਤੇ ਆਪਣੇ ਸਿੱਖਾਂ ਦੇ ਖੂਨ ਪਸੀਨੇ ਦੀ ਕਮਾਈ ਵਿੱਚੋਂ ਲੱਖ ਤੇ ਕੀ 1% ਵੀ ਦੇਣ ਨੂੰ ਅਸੀਂ ਤਿਆਰ ਨਹੀਂ। ਔਰ ਦੇਖੋ ਕੇਵਲ ਗੁਰੂ ਘਰਾਂ ਦੇ ਵਿੱਚ ਨਹੀਂ, ਉਦੋਂ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਔਰ ਇੱਕ ਤਰ੍ਹਾਂ ਦਾ ਉੱਥੇ ਕਾਨੂੰਨ ਬਣਿਆ। ਇਕੱਲਾ ਗੁਰੂ ਘਰਾਂ ਦੇ ਵਿੱਚ ਨਹੀਂ, ਮੰਦਰਾਂ ਦੇ ਵਿੱਚ ਵੀ। ਜੇ ਅੱਜ ਮੰਦਰਾਂ ਦੇ ਵਿੱਚ ਕਈ ਟਨ ਉੱਥੇ ਸੋਨਾ ਪਿਆ ਹੈਗਾ, ਪਤਾ ਨਹੀਂ ਕਿੰਨੇ ਕੁਆਂਟਲ ਤੇ ਕਿੰਨੇ ਟਨ ਹੈ, ਪਰ ਕੋਈ ਟੈਕਸ ਨਹੀਂ। ਇਹ ਸਿਰਫ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਉਸ ਸ਼ਹਾਦਤ ਕਰਕੇ ਸੀ। ਜੇ ਗੁਰੂ ਘਰਾਂ ਦੇ ਵਿੱਚ ਟੈਕਸ ਨਹੀਂ, ਮੰਦਰਾਂ ਦੇ ਵਿੱਚ ਟੈਕਸ ਨਹੀਂ, ਤਾਂ ਹੀ ਨਹੀਂ ਲਿਆ ਜਾਂਦਾ। ਹੁਣ ਜਦੋਂ ਤਿੰਨੇ ਗੱਲਾਂ ਗੁਰੂ ਸਾਹਿਬ ਨੇ ਸਿੱਧਾ ਜਵਾਬ ਦਿੱਤਾ ਹੈ, ਤੇ ਜਹਾਂਗੀਰ ਨੇ ਉੱਥੇ ਜਿਹੜਾ ਹੁਕਮ ਕੀਤਾ ਸੀ ਕਿ ਯਾਸਾ ਕਾਨੂੰਨ ਦੇ ਤਹਿਤ ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ, ਉਹ ਤੇ ਆਪਣੇ ਸਹਿਣ ਕਰਕੇ ਚਲਾ ਗਿਆ, ਸ਼ਾਮ ਪਹਾੜੀਆਂ ਵਾਲੇ ਪਾਸੇ ਨਿਕਲ ਗਿਆ। ਅਸਲ ਵਿੱਚ ਇਹ ਕੇਵਲ ਨਾ ਤੇ ਜਹਾਂਗੀਰ ਤੇ ਨਾ ਕਿਸੇ ਹੋਰੇ, ਚੰਦੂ ਤੇ ਸਾਰਿਆਂ ਦੇ ਪਹਿਲੋਂ ਸਾਰਾ ਕੁਝ ਕੀਤਾ ਹੋਇਆ ਸੀ ਜਹਾਂਗੀਰ ਨੇ। ਉਹ ਵੀ ਚਾਹੁੰਦਾ ਸੀ, ਉਹਨੇ ਆਪਣੀ ਕਿਤਾਬ ਦੇ ਵਿੱਚ ਆਪ ਲਿਖਿਆ ਹੋਇਆ ਹੈ ਕਿ ਮੈਂ ਤਾਂ ਬੜੇ ਸਮੇਂ ਤੋਂ ਚਾਹੁੰਦਾ ਸੀ ਇਹ ਝੂਠ ਦੀ ਦੁਕਾਨ ਬੰਦ ਹੋਵੇ। ਉਰੇ ਸ਼ਹਾਦਤ ਉੱਥੇ ਕਾਰਨ ਬਣੇ। ਕਰ ਚੰਦੂ ਦੇ ਹਵਾਲੇ ਕਰ ਦਿੱਤਾ ਗਿਆ। ਉਹ ਅਹਿਮਦ ਸਰਹੰਦੀ ਜਿਹੜਾ ਉਹ ਨਾਲ ਹੈ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ 5 ਦਿਨ ਤਸੀਹੇ ਦਿੱਤੇ। ਯਾਦ ਰੱਖਣਾ, ਦਿਨ 5 ਨੇ ਔਰ ਤਸੀਹੇ ਜਿਹੜੇ 3 ਤਰ੍ਹਾਂ ਦੇ ਦਿੱਤੇ ਗਏ। ਸਭ ਤੋਂ ਪਹਿਲੇ ਦਿਨ ਪਾਣੀ ਦੀ ਦੇਗ ਉਬਾਲੀ, ਔਰ ਚੰਦੂ ਨੇ ਕਹਿ ਦਿੱਤਾ ਇਸ ਦੇਗ ਦੇ ਵਿੱਚ 2-3 ਵਾਰੀ ਪਾਓ, ਇਹਨਾਂ ਨੂੰ ਉਬਾਲਾ ਦਿਓ। ਔਰ ਇਹਦਾ ਕਾਰਨ ਇਹ ਸੀ ਕਿ ਡਾਕਟਰ ਵੀ ਮੰਨਦੇ ਨੇ ਕਿ ਪਾਣੀ ਉਬਲਦਾ ਹੋਵੇ, ਗਰਮ ਹੋਵੇ, ਉਹਦੇ ਵਿੱਚ ਬੰਦਾ ਡਿੱਗ ਵੀ ਜਾਏ, ਤੇ ਜੇ 40 ਜਾਂ 50% ਉਹਨਾਂ ਦਾ ਅੰਦਰ ਤੱਕ ਵੀ ਸੇਕ ਲੱਗ ਜਾਏ ਤਾਂ ਉਹ ਬਚ ਸਕਦਾ ਹੈ। ਇਹ ਕਾਰਨ ਇਹ ਸੀ ਕਿ ਪਹਿਲੇ ਦਿਨ ਉਹ ਮਾਰਨਾ ਨਹੀਂ ਸਨ ਚਾਹੁੰਦੇ ਕਿ ਇੰਨੇ ਤਸੀਹੇ ਦਿਆਂਗੇ, ਗੁਰੂ ਸਾਹਿਬ ਜੀ ਨੇ ਆਪੇ ਮੰਨ ਜਾਣਾ ਹੈ। ਦੇਗ ਦੇ ਵਿੱਚ ਉਬਾਲਿਆ ਗਿਆ, ਫਿਰ ਬਾਹਰ ਕੱਢਿਆ ਗਿਆ, ਫਿਰ ਬਿਠਾਇਆ ਗਿਆ। 3 ਵਾਰੀ ਦੇਗ ਦੇ ਵਿੱਚ ਬਿਠਾਇਆ। ਸਰੀਰ ਜੀ ਜਿਹੜਾ ਤੋਂ ਸਾਰਾ ਸੜ ਗਿਆ।
पर धन गुरु अर्जन देव महाराज सच्चे पातशाह जी फिर भी शांत ने, तत्ते पानी 'च बैठ गए ने पर तपे नहीं। दूजे दिन उत्ते उन्हें जख्मां दे छालियां दे उत्ते चंदू ने कहा कि हुण तत्ती रेत करो। वो तत्ती रेत पाई गई, पर ये चंदू ने जो लग्या कि गुरु साहब जी फिर भी कि सतगुरु जी ने जिहड़ा बचन किया है उस बचन के उत्ते फिर भी कायम ने। तीसरे दिन और आखिरी दिन कह लिए चंदू ने जिहड़ा वो लोह नूं तपाया, मणा मूँह थले बालन पाया, लाल सुरख की लोह। तो धन गुरु अर्जन देव जी नूं कहंदा पहले 2 दिन जिहड़े तसीहे दिते ना 2 तरह के, असल में वो तुहानूं मारन वास्ते नहीं सन। सानूं लगदा सी तुसीं मन जाओगे, तसीहे दिते गए सन, पर अज जो कुछ असीं करना असीं तुहानूं बचाउण लई नहीं, मारन वास्ते करन लगे। और सामने विखाउंदा कि वो लोह लाल तत्ती लाल हुई पई है, जाके उहदे ते बैठो। धन गुरु अर्जन देव जी गए और लोह के कोल जाके रुक गए। जदों गुरु साहब जी रुके तो चंदू नूं एकदम बड़ी खुशी चढ़ी कि गुरु साहब जी शायद डर गए और आवाज़ मार के कहते हैं सतगुरु जी मैं तो पहले ही चाहता से इन्हें तसीहे ना ही देने पेंदे, आ जाओ हुणे वापस आ जाओ, हजे तो इलाज हो जाना है। पर धन गुरु अर्जन देव महाराज जी उत्ते मुस्कराए और मुस्करा के कहते हैं चंदू तू किन्ने वारी इस लोह का डरावा दिता है कि लाल लोह है, तत्ती लोह है, उहदे उत्ते जाके बैठो। पर धन गुरु अर्जन देव जी कहते हैं चंदू तेनों तो लोह भी तपाउणी नहीं आई, ये लोह तेनों लगता है लाल, पर तेरी लोह ते वो रंग हजे नहीं चढ़िया कि जेड़ा रंग शहीदी दे वास्ते चाहिए है। वो तो कवियां ने बड़े सारे बोल भी लिखे, धन गुरु अर्जन देव जी उस तत्ती लोह ते जाके बैठे भी, तो 5 दिन 99 ने उत्ते बड़ी सोहनी लैना भी लिखियां ने कि जिंदे सीस ते कदे सी कलश झुलदा, वो गर्म बालू के कड़छे पवा रहा सी, कई पैर अंग्यारियां दी सेज बह के शांतमई दे पूरने पा रहा सी, वो खा के देग दे विच उबालिया ने फिर भी सतनाम वाहिगुरु गा रहा सी। ते कहंदे क्यों? क्योंकि वो तो आत्मा ही सच्चे रब दी सी, तत्ती तवी ते सुखमणी नूं गाउण वाली, वो तो केवल वो ही गा सकते सन। इन्हें तत्ती तवी ते भी बिठाया, फिर सिर दे विच रेता पाया, इनू लगता सी कि हुण गुरु साहब जी खत्म, पर यह शहीद फिर नहीं कर सके। ये आप जी जानते हो। फिर रावी दे विच जदों गुरु साहब जी ने कहा कि हुण जाओ भाई सिखो इशनान करना, और इशनान कहता सी, पता सी जानते सन कि हुण इहदे विचों बाहर नहीं आउणा। धन गुरु अर्जन देव महाराज जी वो तत्ती तवी तो भी बैठ के कहते हैं कि तेरा किया मीठा लग है, हर नाम पदार्थ नानक मंग है। सतगुरु की शहादत है, और शहादत शहीदी दिहाड़े मनाउण का लाभ बताएं कि गुरु साहब जी जो उपदेश दे के गए, कोई ना कोई एक अद्धा जरूर आप लैके जाइए, उन्होंने हिरदे विच धारण करिए और उस मुताबक चलिए। सतगुरु जी कृपा करन। हुई भुलों की खिमा। रागी जथा आ चुकिया है, समय की समाप्ति है, इत्थे हाजरी इतनी प्रवान करनी जी। वाहिगुरु जी का खालसा, वाहिगुरु जी की फतेह।